Good afternoon, everyone. Welcome to Bala's Education Point. Bala's Education Point ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ ਪੀਟੈਟ ਦੀ ਪ੍ਰੀਵੀ ਐਗਜ਼ਾਮ ਪੇਪਰ ਦੀ ਸੀਰੀਜ਼ ਲਾਂਚ ਕੀਤੀ ਗਈ ਸੀ ਜੋ YouTube ਦੇ ਉੱਤੇ ਫ੍ਰੀ ਚੈਨਲ ਦੇ ਤੌਰ ਤੇ ਪੈਂਦੇ ਪਏ ਨੇ ਲੈਕਚਰ ਹੈ। ਅੱਜ ਤੁਹਾਡੇ ਸਾਹਮਣੇ 2011 ਦਾ ਕੁਐਸਚਨ ਪੇਪਰ ਲੈ ਕੇ ਹਾਜ਼ਰ ਹੋਇਆ ਜੋ ਸੀਡੀਪੀ ਦੇ ਪਾਰਟ ਨੂੰ ਜੋ 30 ਮਾਰਕਸ ਦਾ ਪਾਰਟ ਹੈ ਉਹਨੂੰ ਰੀਪ੍ਰੈਜ਼ੈਂਟ ਕੀਤਾ ਗਿਆ। ਇਸ ਤੋਂ ਪਹਿਲਾਂ ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ 2013 ਦਾ ਪੇਪਰ ਕਰਵਾਇਆ ਗਿਆ ਸੀਗਾ। 2013 ਦਾ ਪੇਪਰ ਆਪਾਂ ਨੇ ਕੀਤਾ, ਮਤਲਬ ਅਗਰ ਮੈਂ ਗੱਲ ਕਰਾਂ 2013 ਤੋਂ ਲੈ ਕੇ ਅਸੀਂ 2020 ਤੱਕ ਦੇ ਸਾਰੇ ਪ੍ਰੀਵੀਅਸ ਐਗਜ਼ਾਮ ਪੇਪਰ ਅਸੀਂ ਕਰਵਾ ਚੁੱਕੇ ਹਾਂ। ਇਸ ਤੋਂ ਪਹਿਲਾਂ ਕਿ ਅਗਰ ਕਿਸੇ ਬੱਚੇ ਨੂੰ ਨਹੀਂ ਪਤਾ ਜਾਂ ਕਹਿ ਸਕਦੇ ਕਿ ਕਿਸੇ ਨੂੰ ਨੋਟਸ ਨਹੀਂ ਮਿਲੇ, PDF ਨਹੀਂ ਮਿਲਿਆ ਜਾਂ ਵੀਡੀਓ ਲੈਕਚਰ ਨਹੀਂ ਮਿਲਿਆ, ਤਾਂ ਜੋ ਵੀ ਕੋਈ ਨਵਾਂ ਬੱਚਾ ਜਾਂ ਕੋਈ ਅਰਲੀਅਰ ਪੋਸਟ ਵਾਲਾ ਬੱਚਾ ਇਸ ਵੀਡੀਓ ਨੂੰ ਦੇਖਦਾ ਹੋਇਆ ਤਾਂ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਇੱਕ WhatsApp ਗਰੁੱਪ ਫ੍ਰੀ ਤੌਰ ਤੇ ਬੱਚਿਆਂ ਨੂੰ ਦਿੱਤਾ ਗਿਆ ਜਿਹਦੇ ਵਿੱਚ ਕਾਫੀ ਸਾਰੇ ਬੱਚੇ ਆਲਰੇਡੀ ਜੁਆਇਨ ਕਰ ਚੁੱਕੇ ਨੇ। ਤਾਂ WhatsApp ਗਰੁੱਪ ਬਣਿਆ ਹੋਇਆ ਫ੍ਰੀ WhatsApp ਗਰੁੱਪ ਹੈ, ਉਹਨੂੰ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਸਾਡੀ ਰੋਜ਼ ਤਰ੍ਹਾਂ ਦੇ ਜਿਵੇਂ ਪੀਟੈਟ ਦਾ ਕੋਈ ਪ੍ਰੀਵੀਅਸ ਪੇਪਰ ਕਰਵਾਇਆ ਜਾਂਦਾ ਹੈ ਉਹਦੀ ਵੀਡੀਓ ਦੇ ਦਿੱਤੀ ਜਾਂਦੀ ਹੈ, PDF ਦੇ ਦਿੱਤਾ ਜਾਂਦਾ ਹੈ। ਅਗਰ ਕੋਈ ਵੀ ਐਕਸਟਰਾ ਨੌਲੇਜ ਲੈ ਕੇ ਪੀਟੈਟ ਦੇ ਪੇਪਰ ਵਾਸਤੇ ਹੈ ਤਾਂ ਉਹ ਵੀ ਸਾਰੀ ਚੀਜ਼ਾਂ ਦੇ ਦਿੱਤੀ ਜਾਂਦੀ ਹੈ ਬੱਚੇ ਨੂੰ। ਤਾਂ ਅਗਰ ਕੋਈ ਬੱਚਾ ਜੁਆਇਨ ਕਰਨਾ ਚਾਹੁੰਦਾ ਹੈ, ਜਿਹਨੂੰ ਵੀਡੀਓ ਲੈਕਚਰ ਪਸੰਦ ਆ ਰਹੇ ਨੇ ਜਾਂ ਫਿਰ ਨੋਟਸ ਲੈਣਾ ਚਾਹੁੰਦਾ ਹੈ ਤਾਂ ਉਹ WhatsApp ਗਰੁੱਪ ਨੂੰ ਜੁਆਇਨ ਵੀ ਕਰ ਸਕਦਾ ਹੈ। ਅਦਰਵਾਈਜ਼ ਇਸ ਨੋਟਸ ਦੇ ਨੀਚੇ ਸਾਡਾ ਕੰਟੈਕਟ ਨੰਬਰ ਦਿੱਤਾ ਹੈ ਬਾਲਾ ਐਜੂਕੇਸ਼ਨ ਪੁਆਇੰਟ ਦਾ, ਉਸ ਦੇ ਨੰਬਰ ਦੇ ਉੱਤੇ ਤੁਸੀਂ ਕੋਈ ਵੀ ਲੈਕਚਰ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਆਪਣਾ ਵੀਡੀਓ ਲੈਕਚਰ ਲੈਣਾ ਚਾਹੁੰਦੇ ਹੋ ਜਾਂ ਐਪ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਠੀਕ ਹੈ ਜੀ, ਜਿਵੇਂ ਕਿ ਸਕਰੀਨ ਤੇ ਤੁਹਾਨੂੰ ਸਭ ਨੂੰ ਦਿਖਾਈ ਦੇ ਰਿਹਾ ਕਿ ਅੱਜ ਜੋ ਅਸੀਂ ਪ੍ਰੀਵੀਅਸ ਪੇਪਰ ਦੀ ਗੱਲ ਕਰਾਂਗੇ ਔਰ 2011 ਦੇ ਪ੍ਰੀਵੀਅਸ ਪੇਪਰ ਦੀ ਗੱਲ ਕਰਾਂਗੇ ਫਿਲਹਾਲ, ਜਿਹਦੇ ਵਿੱਚ ਕੁਐਸਚਨ ਫਸਟ ਇਹੀ ਨਿਕਲ ਕੇ ਆ ਰਿਹਾ ਹੈ ਦਾ ਬੈਸਟ ਮੈਥਡ ਟੂ ਸਟੱਡੀ ਗਰੋਥ, ਜਿਸ 'ਚ ਅਸੀਂ ਗੱਲ ਕਰੀਏ ਇੱਕ ਗਰੋਥ ਦੀ ਜਾਂ ਗੱਲ ਕਰੀਏ ਡਿਵੈਲਪਮੈਂਟ ਦੀ, ਬੱਚੇ ਦੇ ਗਰੋਥ ਦੀ ਜਾਂ ਬੱਚੇ ਦੇ ਡਿਵੈਲਪਮੈਂਟ ਦੀ ਇੱਕ ਬੈਸਟ ਮੈਥਡ ਕਿਹੜਾ ਹੋਊਗਾ ਸਟੱਡੀ ਕਰਨ ਦਾ। ਬੈਸਟ ਮੈਥਡ ਮਤਲਬ ਵਧੀਆ ਤਰੀਕਾ ਕਿਹੜਾ ਹੋ ਸਕਦਾ ਹੈ। ਤਾਂ ਆਪਸ਼ਨਾਂ ਨੀਚੇ ਤੁਹਾਨੂੰ ਦਿੱਤੀ ਹੋਈਆਂ ਨੇ। ਆਪਸ਼ਨ ਫਸਟ ਦੇ ਵਿੱਚ ਕਹਿੰਦਾ ਕੀ ਹੈ ਸਾਈਕੋ ਐਨਾਲਿਟਿਕ ਮੈਥਡ। ਧਿਆਨ ਰੱਖਣਾ ਜਿਹੜਾ ਇਹ ਮੈਥਡ ਹੈ ਬਹੁਤ ਇੰਪੋਰਟੈਂਟ ਮੈਥਡ ਹੈ ਸਾਈਕੋ ਐਨਾਲਿਟਿਕ ਮੈਥਡ ਦਾ, ਜਿਹੜਾ ਤੁਹਾਨੂੰ ਸਭ ਨੂੰ ਪਤਾ ਵੀ ਹੈ ਜਿਵੇਂ ਆਪਾਂ ਨੋਟਸ ਦੇ ਵਿੱਚ ਵੀ ਕਰਕੇ ਆਏ ਆ। ਇਹ ਜਿਹੜਾ ਮੈਥਡ ਫਸਟ ਆਫ ਆਲ ਦਿੱਤਾ ਗਿਆ ਸੀਗਾ, ਇਹ ਦਿੱਤਾ ਗਿਆ ਸੀ ਸੈਗਮੈਂਟ ਫਰੋਂਟ ਦੁਆਰਾ। ਇਹ ਵੀ ਧਿਆਨ ਰੱਖਣਾ ਕਿੰਨਾ ਦੁਆਰਾ ਦਿੱਤਾ ਗਿਆ ਸੀ ਤੁਹਾਡਾ ਆਪਣਾ ਸੈਗਮੈਂਟ ਫਰੋਂਟ ਦੁਆਰਾ। ਇਹ ਸੈਗਮੈਂਟ ਫਰੋਂਟ ਦੁਆਰਾ ਜੇ ਸਪੈਲਿੰਗ 'ਚ ਮਿਸਟੇਕ ਆ ਉਹਦੇ ਵਾਸਤੇ ਮੈਂ ਮਾਫੀ ਚਾਹੂੰਗਾ, ਲੇਕਿਨ ਫਿਲਹਾਲ ਅੱਜ ਦੇ ਲਈ ਜਿਹੜਾ ਤੁਹਾਡਾ ਆਪਣਾ ਦਿੱਤਾ ਹੋਇਆ ਇਸ ਟੌਪਿਕ ਨੂੰ ਇਹ ਮੈਥਡ ਡਿਫਾਈਨ ਕੀਤਾ ਗਿਆ ਸੀਗਾ। ਇਹ ਕਿਹਦੇ ਵਾਸਤੇ ਕਿਹਨਾਂ ਨੇ ਦਿੱਤਾ ਸੀ? ਸੈਗਮੈਂਟ ਫਰੋਂਟ ਦੁਆਰਾ। ਬਹੁਤ ਇੰਪੋਰਟੈਂਟ ਮੈਥਡ ਹੈ, ਕੁਐਸਚਨ ਦੇ ਵਿੱਚ ਪੇਪਰ ਦੇ ਵਿੱਚ ਕੁਐਸਚਨ ਇਸ ਤਰੀਕੇ ਦਾ ਪੁੱਛ ਲਿੱਤਾ ਜਾਂਦਾ ਹੈ, ਲੇਕਿਨ ਆਨਸਰ ਇਹ ਨਹੀਂ ਹੈ। ਅਗਰ ਆਨਸਰ ਦੀ ਗੱਲ ਕਰੀਏ ਤਾਂ ਬੱਚੇ ਦੇ ਗਰੋਥ ਵਾਸਤੇ ਔਰ ਬੱਚੇ ਦੀ ਡਿਵੈਲਪਮੈਂਟ ਵਾਸਤੇ ਇੱਕ ਜਿਹੜਾ ਮੈਥਡ ਉਹ ਸਾਡੇ ਵਾਸਤੇ ਕਿਹੜਾ ਮੈਥਡ ਆਊਗਾ, ਉਸ ਮੈਥਡ ਨੂੰ ਅਸੀਂ ਕੀ ਬੋਲਦੇ ਹਾਂ? ਡਿਵੈਲਪਮੈਂਟ ਮੈਥਡ ਬੋਲਦੇ ਹਾਂ। ਬਾਕੀ ਕੋਈ ਮੈਥਡ ਇਹਦੇ ਵਿੱਚ ਰਾਈਟਫੁਲ ਨਹੀਂ ਹੈਗਾ, ਠੀਕ ਹੈ, ਸਹੀ ਨਹੀਂ ਹੈ। ਤੇਰੇ ਵਿੱਚ ਜਿਹੜਾ ਆਨਸਰ ਬਣੂਗਾ ਸਾਡੇ ਵਾਸਤੇ ਉਹ ਵਿਕਾਸ ਦੀ ਵਿਧੀ ਬਣੂਗਾ, ਯਾਨੀ ਕਿ ਆਪਸ਼ਨ ਨੰਬਰ C। ਬਾਕੀ ਅਗਰ ਮੈਂ ਗੱਲ ਕਰਾਂ B ਆਪਸ਼ਨ ਦੀ ਗੱਲ ਕਰੀਏ ਤਾਂ B ਆਪਸ਼ਨ ਕਹਿੰਦਾ ਕਿ ਕੰਪੈਰੀਟਿਵ ਮੈਥਡ। ਲੇਕਿਨ ਕੰਪੈਰੀਟਿਵ ਮੈਥਡ ਅਸੀਂ ਕਾਹਦਾ ਕੰਪੈਰੀਜ਼ਨ ਕਰਨਾ ਹੈ? ਓਬਵੀਅਸ ਲਰਨਿੰਗ ਦਾ ਕੰਪੈਰੀਜ਼ਨ ਕੀਤਾ ਜਾਊਗਾ, ਲਰਨਿੰਗ ਦੀ ਕੰਪੈਰੀਜ਼ਨ ਕੀਤੀ ਜਾਂਦੀ ਹੈ। ਲਰਨਿੰਗ ਕਿਹਨਾਂ ਦੇ ਵਿਚਕਾਰ ਦਾ ਕੰਪੈਰੀਜ਼ਨ ਕਰੂਗੀ? ਓਬਵੀਅਸ ਦੋ ਹੀ ਚੀਜ਼ਾਂ ਨੇ, ਦੋ ਹੀ ਜਾਤੀਆਂ ਪਾਈ ਜਾਂਦੀਆਂ ਨੇ। ਇੱਕ ਸਾਡੇ ਵਾਸਤੇ ਐਨੀਮਲ ਦੀ ਜਾਤੀ ਪਾਈ ਜਾਂਦੀ ਹੈ ਔਰ ਦੂਸਰੀ ਗੱਲ ਕਰੀਏ ਹਿਊਮਨ ਦੀ ਗੱਲ ਕੀਤੀ ਜਾਂਦੀ ਹੈ। ਇਹਨਾਂ ਦੋਨਾਂ 'ਚ ਕੰਪੈਰੀਜ਼ਨ ਦੀ ਗੱਲ ਕਰ ਰਹੇ ਹਾਂ, ਬਟ ਆਪਾਂ ਕੁਐਸਚਨ ਦੇ ਅਕੋਰਡਿੰਗ ਸਾਡੇ ਵਾਸਤੇ ਪੁੱਛਿਆ ਗਿਆ ਕਿ ਗਰੋਥ ਐਂਡ ਡਿਵੈਲਪਮੈਂਟ ਵਾਸਤੇ ਇੱਕ ਮੈਥਡ ਕਿਹੜਾ ਵਧੀਆ ਹੈ, ਤਾਂ C ਆਪਸ਼ਨ ਸਾਡੇ ਵਾਸਤੇ ਰਾਈਟ ਦਿੱਤੀ ਹੋਈ ਹੈ। ਇਹਦੇ ਵਿੱਚ ਡਿਵੈਲਪਮੈਂਟ ਮੈਥਡ ਗੱਲ ਕਰੂਗਾ ਬੱਚੇ ਦੇ ਗਰੋਥ ਐਂਡ ਡਿਵੈਲਪਮੈਂਟ ਦੀ ਸਟੱਡੀ ਨੂੰ ਲੈ ਕੇ, ਆਪਸ਼ਨ ਨੰਬਰ C। ਬਾਕੀ ਆਪਸ਼ਨਾਂ ਵੀ ਆਪਾਂ ਫਿਲਹਾਲ ਕਰ ਲਈਆਂ। A ਆਪਸ਼ਨ ਸੈਗਮੈਂਟ ਫਰੋਮ ਦੁਆਰਾ ਦਿੱਤਾ ਗਿਆ ਸੀਗਾ, B 'ਚ ਕੰਪੈਰੀਜ਼ਨ ਦੀ ਗੱਲ ਕੀਤੀ ਗਈ ਹੈ, D ਦੀ ਗੱਲ ਕਰਦਾ ਸਟੈਟਿਕਲ ਮੈਥਡ ਵਿੱਚ ਕੋਈ ਆંકੜੇ ਦੀ ਗੱਲ ਨਹੀਂ ਕੀਤੀ ਜਾਂਦੀ, ਇਸ ਕਰਕੇ ਮੈਂ ਆਪਸ਼ਨ ਨੰਬਰ D ਨੂੰ ਕੀ ਕਰੂੰਗਾ? ਇਗਨੋਰ ਕਰੂੰਗਾ ਹੁਣ ਵਾਸਤੇ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ ਸੈਕਿੰਡ ਦੀ ਗੱਲ ਕਰੀਏ। ਸੋਸ਼ਲਾਈਜੇਸ਼ਨ ਇਜ਼ ਦਾ ਪ੍ਰੋਸੈਸ। ਤੁਹਾਨੂੰ ਸਭ ਨੂੰ ਪਤਾ ਹੈ ਜਿਹੜੀ ਸੁਸਾਇਟੀ ਇੱਕ ਮਤਲਬ ਕਹਿ ਸਕਦੇ ਪ੍ਰਕਿਰਿਆ ਦਾ ਕੰਮ ਕਰਦੀ ਹੈ, ਨਾ ਕਿ ਕਿਸੇ ਉਤਪਾਦ ਦਾ ਕੰਮ ਕਰਦੀ, ਨਾ ਕਿ ਪ੍ਰੋਡਕਟ ਦਾ ਕੰਮ ਕਰਦੀ ਹੈ। ਤਾਂ ਸੋਸ਼ਲਾਈਜੇਸ਼ਨ ਇੱਕ ਤਰ੍ਹਾਂ ਦੀ ਪ੍ਰੋਸੈਸ ਹੈ ਜਿਹਦੇ ਵਿੱਚ ਜਿਹੜੇ ਇੱਕ ਬੱਚੇ ਹੁੰਦੇ ਨੇ, ਚਿਲਡਰਨ ਹੁੰਦੇ ਆ ਜਾਂ ਐਡਲਟ ਹੁੰਦੇ ਨੇ, ਉਹ ਕਿੱਥੋਂ ਸਿੱਖਦੇ ਨੇ? ਤਾਂ ਆਪਸ਼ਨਾਂ ਦਿੱਤੀ ਵੀਆਂ ਨੇ, ਫੈਮਿਲੀ ਤੋਂ, ਸਕੂਲ ਤੋਂ ਜਾਂ ਪੀਰਸ ਤੋਂ। ਪੀਰਸ ਤੁਹਾਨੂੰ ਸਭ ਨੂੰ ਪਤਾ ਹੈ ਜੋ ਸੇਮ ਏਜ ਦੇ ਹੁੰਦੇ ਨੇ, ਤੁਹਾਨੂੰ ਸਭ ਨੂੰ ਪਤਾ ਵੀ ਹੋਣਾ ਚਾਹੀਦਾ ਹੈ। ਜਾਂ ਫਿਰ D ਆਪਸ਼ਨ ਕਹਿੰਦਾ ਕਿ ਸਾਡੇ ਵਾਸਤੇ ਆਲ ਆਫ ਥੀਸ। ਤੇ ਧਿਆਨ ਰੱਖਣਾ
ਜਿਹੜਾ ਆਨਸਰ ਆਏਗਾ ਉਹ ਆਲ ਆਫ ਥੀਸ ਹੀ ਆਊਗਾ। ਆਪਸ਼ਨ ਨੰਬਰ ਡੀ ਸਾਡੇ ਵਾਸਤੇ ਰਾਈਟ ਆਊਗੀ। ਲੇਕਿਨ ਬਾਕੀ ਆਪਸ਼ਨਾਂ ਦੀ ਆਪਾਂ ਫਿਲਹਾਲ ਗੱਲ ਕਰ ਲੈਂਦੇ ਆ। ਫੈਮਿਲੀ ਹੋ ਗਿਆ, ਸਕੂਲ ਹੋ ਗਿਆ। ਅਗਰ ਮੈਂ ਗੱਲ ਕਰਾਂ ਸਾਡੇ ਵਾਸਤੇ ਇਸ ਚੀਜ਼ ਨੂੰ ਲੈ ਕੇ ਤਾਂ ਫੈਮਿਲੀ ਸਾਡੇ ਵਾਸਤੇ ਪ੍ਰਾਇਮਰੀ ਹੈ, ਲੇਕਿਨ ਜਿਹੜਾ ਸਕੂਲ ਹੈ ਸਾਡੇ ਵਾਸਤੇ ਸੈਕੰਡਰੀ ਏਜੰਟ ਹੈ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਏਜੰਟ ਦਾ ਫਿਲਹਾਲ ਪੁੱਛ ਲੈਂਦੇ ਨੇ ਕਿ ਫੈਮਿਲੀ ਸਾਡੇ ਵਾਸਤੇ ਪ੍ਰਾਇਮਰੀ ਏਜੰਟ ਦਾ ਕੰਮ ਕਰਦੀ ਹੈ, ਜਦਕਿ ਸਕੂਲ ਸਾਡੇ ਵਾਸਤੇ ਗੱਲ ਕਰਦਾ ਇੱਕ ਤਰ੍ਹਾਂ ਸੈਕੰਡਰੀ ਏਜੰਟ ਦਾ ਕੰਮ ਕਰਦੀ ਹੈ, ਜਿੱਥੇ ਬੱਚਾ ਸਿੱਖਦਾ। ਲੇਕਿਨ ਆਪਸ਼ਨ ਦੇ ਅਕੋਰਡਿੰਗ ਐਸਾ ਕੁਝ ਨਹੀਂ ਹੈ। ਆਪਸ਼ਨ ਦੇ ਅਕੋਰਡਿੰਗ ਆਲ ਆਫ ਦਿਸ ਸਾਡਾ ਕੀ ਆਊਗਾ, ਰਾਈਟ ਆਨਸਰ ਆਊਗਾ। ਜਿਵੇਂ ਕਿ ਫੋਰਥ ਆਪਸ਼ਨ ਸਾਡੇ ਵਾਸਤੇ ਰਾਈਟ ਹੈ। ਨੈਕਸਟ ਆਓ क्वेश्चन नंबर 3, विच वन ऑफ द फॉलोइंग इज अ ट्रू स्टेटमेंट। एक सही स्टेटमेंट की गल की गई है। इसके बारे जो थोड़े बच्चे के विकास की प्रिंसीपल की गल करूँगा, उस प्रिंसीपल का नाम के साडे वास्ते सैफलाकोडल प्रिंसीपल है। तुहानूं सब नूं पता है, ऑप्शनां देखण दी लोड़ ही नहीं हुंदी। सैफलाकोडल का प्रिंसीपल जिस बच्चे नूं पता होगा कि यह टॉप तो लैके बॉटम तक की गल करता है, या कह सकते हैड तो लैके टो तक की गल करता है, ਤਾਂ ਉਸਨੂੰ ਅਸੀਂ ਕਿਹੜਾ ਪ੍ਰਿੰਸੀਪਲ ਬੋਲਦੇ ਹਾਂ, ਸੈਫਲਾਕੋਡਲ ਪ੍ਰਿੰਸੀਪਲ ਬੋਲਦੇ ਹਾਂ, ਟੌਪ ਤੋਂ ਲੈ ਕੇ ਬੋਟਮ ਤੱਕ। ਤਾਂ ਆਪਸ਼ਨ ਦੇ ਅਕੋਰਡਿੰਗ ਇੱਕੋ ਹੀ ਆਪਸ਼ਨ ਰਾਈਟ ਬਣ ਕੇ ਸਾਡੇ ਵਾਸਤੇ ਏ ਆਪਸ਼ਨ, ਜੋ ਸਾਡੇ ਵਾਸਤੇ ਕਾਦੀ ਆ ਉਹ ਹੈਡ ਤੋਂ ਲੈ ਕੇ ਟੋ ਤੱਕ ਦੀ ਗੱਲ ਕਰੂਗਾ ਡਿਵੈਲਪਮੈਂਟ ਦੇ ਕੇਸ 'ਚ। ਉਹਨੂੰ ਅਸੀਂ ਸੈਫਲਾਕੋਡਲ ਪ੍ਰਿੰਸੀਪਲ ਬੋਲਾਂਗੇ। ਹੈਡ ਟੂ ਫੁੱਟ ਤੱਕ ਦੀ ਗੱਲ ਕੀਤੀ ਜਾਂਦੀ ਹੈ, ਜਾਂ ਕਹਿ ਸਕਦੇ ਇੱਥੇ ਟੋ ਤੱਕ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ। ਨੈਕਸਟ ਆਓ क्वेश्चन नंबर 4। ईजी सी काफ़ी ज़्यादा पेपर अगर देखा जाए तो ਨੀਅਰ ਅਬਾਊਟ ਅਗਰ ਮੈਂ ਗੱਲ ਕਰਾਂ ਉਸ ਟਾਈਮ 'ਚ ਅਗਰ ਪੇਪਰ ਦਿੱਤਾ ਵੀ ਹੋਊਗਾ ਕਿਸੇ ਨੇ ਤਾਂ 30 ਮਾਰਕਸ ਦੇ ਵਿੱਚ ਬੱਚੇ ਨੇ 27 25 ਲੈ ਲਿੱਤੇ ਹੋਣਗੇ। ਠੀਕ ਹੈ, ਅਪਰੋਕਸ। ਹੁਣ ਦੇਖਦੇ ਹਾਂ ਅਗਲਾ क्वेश्चन नंबर 4, डिटरमिनेंट्स ऑफ द इंडिविजुअल डिफरेंसिस। ਇੱਥੇ ਗੱਲ ਕੀਤੀ ਗਈ ਹੈ ਇੰਡੀਵਿਜੂਅਲ ਡਿਫਰੈਂਸਿਸ ਦੀ, ਜਿਸ 'ਚ ਹਿਊਮਨ ਬੀਇੰਗਸ ਦੀ ਗੱਲ ਕਰਦੇ ਤੇ ਕਾਹਦੇ ਕਰਕੇ ਡਿਫਰੈਂਸਿਸ ਆਉਂਦੇ ਨੇ। ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਅਸੀਂ ਹਿਊਮਨ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਜਾਂ ਇੱਕ ਇੰਡੀਵਿਜੂਅਲ ਦੇ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਉਹਦੇ ਵਾਸਤੇ ਦੋ ਹੀ ਇੱਕ ਤਰ੍ਹਾਂ ਦੇ ਪ੍ਰੋਡਕਟ ਬਣੇ ਹੋਏ ਨੇ। ਇੱਕ ਸਾਡੇ ਵਾਸਤੇ ਬਣੇ ਹੋਏ ਹੈਰੀਡਿਟਰੀ ਔਰ ਦੂਸਰੇ ਸਾਡੇ ਵਾਸਤੇ ਬਣੇ ਹੋਏ ਇਨਵਾਇਰਮੈਂਟ। ਇਹਨਾਂ ਦੋਨਾਂ ਦੇ ਇੰਟਰੈਕਸ਼ਨ ਕਰਕੇ ਹੀ ਕੀ ਪਾਏ ਜਾਂਦੇ, ਇੰਡੀਵਿਜੂਅਲ ਡਿਫਰੈਂਸਿਸ ਪਾਏ ਜਾਂਦੇ ਨੇ, ਹੈ ਨਾ। ਤਾਂ ਆਪਸ਼ਨ ਦੇ ਅਕੋਰਡਿੰਗ ਫਿਲਹਾਲ ਚੈੱਕ ਕਰ ਲੈਂਦੇ ਹਾਂ, ਦੱਸਣ ਦੀ ਲੋੜ ਨਹੀਂ ਹੈ। ਆਪਸ਼ਨ ਸਾਡੇ ਸਾਹਮਣੇ ਦਿੱਤੀ ਵੀ ਹੈ, ਇੰਟਰੈਕਸ਼ਨ ਬਿਟਵੀਨ ਦਾ ਹੈਰੀਡਿਟਰੀ ਐਂਡ ਇਨਵਾਇਰਮੈਂਟ, ਜੋ ਸਾਡੇ ਵਾਸਤੇ ਰਾਈਟ ਆਨਸਰ ਹੈ। ਆਪਸ਼ਨ ਨੰਬਰ ਸੀ ਸਾਡੇ ਵਾਸਤੇ ਇੱਥੇ ਰਾਈਟ ਮੰਨਿਆ ਜਾਊਗਾ, ਇੰਟਰੈਕਸ਼ਨ ਬਿਟਵੀਨ हेरिडिटरी एंड इन्वायरमेंट। नैक्सट आओ क्वेश्चन नंबर 5, जो फैक्चुअल क्वेश्चन है इस तरह ही याद करना पऊगा। टर्म PSRN वैसे चीज़ जी है कि 2018 तो पहले ही पूछी जाती सी फुल फॉर्म, लेकिन अजकल के पेपर के नहीं पूछी जाती है। तो ध्यान रखना जो टर्म पूछी गई है PSRN वो एक डिवेलपमेंट के केस से पूछी जाती है। जो बच्चे के इंटैलीजेंसी की गल करते हैं तेरे वास्ते फैक्चुअल क्वेश्चन है इस तरह ही याद करोगे जिमें कि ऑप्शन है तुम दी भी है, तो मैं ऑप्शन इको ही सिलेक्ट करूँगा। ऑप्शन नंबर 1 पहला प्रॉब्लम सॉल्विंग टेक्निक होंगी है, फिर वो तर्क कढ़िया जाता है, फिर वो नंबरेसी की जाती है, मतलब कि आंकड़े के आधार पर उस चीज़ को डिफाइन किया जाता है। तो जो फुल फॉर्म की गल करिए तो फुल फॉर्म इको ही बनेगी PSRN की। और साढ़े वास्ते की है प्रॉब्लम सॉल्विंग रीजनिंग एंड न्यूमरेसी। जी पी है साढ़े वास्ते प्रॉब्लम है, एस साढ़े वास्ते सॉल्विंग है, मैं इतने कोमा भी पा सकदा, रीजनिंग आर हो जाएगी, एंड साढ़े वास्ते की बन जूगा न्यूमरेसी बन जूगा। तो ऑप्शन साढ़े वास्ते जी बनूगी वो ए ऑप्शन ही राइट बनेगी, ये ध्यान रखना। बाकी जी ऑप्शन ने बी डी या सी जो भी ऑप्शन ने उस परपैचुअल की किसी गल की रिलेशनशिप की या किसी गल की नंबरस की, नंबरस नहीं होंगे न्यूमरेसी होंगी है, ध्यान रखियो जी। ठीक है, यानी कि बी सी डी ऑप्शन साढ़े वास्ते की होंगियां गलत होंगियां इस पॉइंट को लैके। क्वेश्चन नंबर 6 की गल करिए। विगोस्की प्रपोज दैट चिल्ड्रन डिवेलपमेंट इज। बहुत बारी क्वेश्चन आ चुके हैं विगोस्की की रचना को लेके, विगोस्की की थ्योरी की रचना को लेके। जो भी विगोस्की को एक बच्चे के डिवेलपमेंट बारे देखा जाता है तो ध्यान रखियो सब तो पहले जो विगोस्की ने गल की और सोशल इंटरैक्शन की गल की, बच्चे के सोसाइटी की गल की। तो सारी ऑप्शन तुम कहोगे ठीक ने, लेकिन विगोस्की के अकॉर्डिंग गल करिए तो उन्होंने मेन प्रोडक्ट प्राइमरी ऑब्जेक्टिव साढ़े वास्ते यही सी कि पहले बच्चे का सोशल गोल अपलाई होना जरूरी है। तो ऑप्शन के अकॉर्डिंग साढ़े वास्ते जो बनूगा वो बी ऑप्शन बनूगी सोशल इंटरैक्शन। ठीक है जी, ये ध्यान रखना। विगोस्की प्रपोज दैट कि बच्चे जो डिवेलपमेंट होएगा वो एक तरह सोशल इंटरैक्शन के अकॉर्डिंग होगा। क्वेश्चन नंबर 6 जी एग्जाम्पल थोड़ी अपनी ऑप्शन बनेगी और बी ऑप्शन बनेगी। नैक्सट आइए अगले क्वेश्चन पे।
ਗਾਰਡਨਰ ਫਾਰਮੂਲੇਟਡ ਦ ਲਿਸਟ ਆਫ 7 ਇੰਟੈਲੀਜੈਂਸ। ਇੱਥੇ ਕੁਐਸਚਨ ਤੁਹਾਨੂੰ ਕੁਐਸਚਨ 'ਚ ਹੀ ਆਨਸਰ ਦਿੱਤਾ ਹੈ ਇੱਕ ਤਰ੍ਹਾਂ ਦਾ, ਜਿਹੜੀ 7 ਟਾਈਪ ਦੀ ਇੰਟੈਲੀਜੈਂਸ ਦਿੱਤੀ ਗਈ ਸੀ ਉਹ ਕਿਹਦੇ ਦੁਆਰਾ ਦਿੱਤੀ ਗਈ ਸੀ, ਇੱਕ ਤਰ੍ਹਾਂ ਦੀ ਗਾਰਡਨਰ ਦੁਆਰਾ ਫਾਰਮੂਲੇਟ ਕੀਤੀ ਗਈ ਸੀ। ਕੁਐਸਚਨ 'ਚ ਪੁੱਛਿਆ ਕਿ ਹੈ ਵਿਚ ਅਮੰਗ ਦਾ ਫੋਲੋਇੰਗ ਇਜ਼ ਨੋਟ ਵਨ ਆਫ ਦੈਮ। ਨੀਚੇ ਆਪਸ਼ਨ ਦਿੱਤੀ ਹੋਈਆਂ ਨੇ, ਉਸ 'ਚ ਤੁਹਾਨੂੰ ਇੱਕ ਚੂਜ਼ ਕਰਨੀ ਹੈ ਜਿਹੜੀ ਨਹੀਂ ਹੈਗੀ। ਨੋਟਸ ਦੇ ਅਕੋਰਡਿੰਗ ਕੁਐਸਚਨ ਆਏ ਹੋਏ ਨੇ, ਪਹਿਲਾਂ ਦੱਸ ਰਹੇ ਹਾਂ ਜਿਨ੍ਹਾਂ ਨੂੰ ਨੋਟਸ ਨਹੀਂ ਮਿਲ ਰਹੇ ਹੈ ਜਾਂ ਨਹੀਂ ਪਰਚੇਸ ਕੀਤੇ ਹੈ ਜਾਂ ਪਸੰਦ ਆ ਰਹੀ ਸਾਡੀ ਵੀਡੀਓਜ਼ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਜਿੰਨਾ ਵੀ ਤੁਹਾਨੂੰ ਲੱਗਦਾ ਕਿ ਗਿਆਨ ਮਿਲਦਾ ਗਿਆ ਉਹ ਲੈ ਲਿੱਤਾ ਜਾਵੇ। ਤਾਂ ਗਾਰਡਨਰ ਜਿਹੜੀ 7 ਟਾਈਪ ਦੀ ਇੰਟੈਲੀਜੈਂਸ ਦਿੱਤੀ ਸੀ, ਕਹਿ ਸਕਦੇ ਕਿ ਇੱਕ ਤਰ੍ਹਾਂ ਦੀ ਖੂਫੀਆ ਜਾਣਕਾਰੀ ਦਿੱਤੀ ਸੀ। ਉਹਦੇ ਵਿੱਚੋਂ ਇੱਕੋ ਇੰਟੈਲੀਜੈਂਸ ਹੈ ਜੋ ਸਾਡੇ ਵਿੱਚ ਨਹੀਂ ਹੈ ਇਹਦੇ ਵਿਚਕਾਰ, ਉਹ ਸਾਡੇ ਵਾਸਤੇ ਕਿਹੜੀ ਹੈ, ਇਮੋਸ਼ਨਲ ਇੰਟੈਲੀਜੈਂਸ। ਬਾਕੀ ਸਾਰੀ ਚੀਜ਼ਾਂ ਦੀ ਗੱਲ ਕੀਤੀ ਸੀ, ਸਪਾਈਟਲ ਦੀ ਗੱਲ ਕੀਤੀ ਸੀ, ਇੰਟਰਪਰਸਨਲ ਦੀ ਗੱਲ ਕੀਤੀ ਸੀ, ਲਿੰਗੁਇਸਟਿਕ ਦੀ ਗੱਲ ਕੀਤੀ ਸੀ ਇਹਨਾਂ ਨੇ, ਨੈਚੁਰਲਿਸਟਿਕ ਦੀ ਗੱਲ ਕੀਤੀ ਸੀ ਇਹਨਾਂ ਨੇ। 7 ਤਰ੍ਹਾਂ ਦੀ ਟਾਈਪ ਸੀਗੀਆਂ ਇਹਦੇ ਵਿੱਚੋਂ। ਇੰਟੈਲੀਜੈਂਸ ਜਿਹਦੇ ਵਿੱਚ ਅਸੀਂ ਗੱਲ ਕਰੀਏ ਭਾਵਨਾਤਮਕ ਬੁੱਧੀ ਦੀ, ਤਾਂ ਉਹ ਚੀਜ਼ ਇਹਦੇ ਵਿੱਚ ਨਹੀਂ ਆਊਗੀ। ਤੇ ਧਿਆਨ ਰੱਖਿਓ ਬੀ ਪੁਆਇੰਟ ਜਿਹੜਾ ਹੈਗਾ ਸਾਡੇ ਵਾਸਤੇ ਉਹ ਨੋਟ ਦੀ ਗੱਲ ਕਰੂਗਾ, ਕਿਉਂਕਿ ਕੁਐਸਚਨ 'ਚ ਉਹਨਾਂ ਨੇ ਗੱਲ ਕੀਤੀ ਹੈ ਨੋਟ ਵਨ ਆਫ ਦੈਮ, ਕਿਹੜੀ ਨਹੀਂ ਹੈ। ਠੀਕ ਹੈ, ਬਾਕੀ 3 ਹੈਗੀਆਂ ਨੇ, ਇੱਕ ਸਾਡੇ ਵਾਸਤੇ ਨਹੀਂ ਹੋਏਗੀ। ਉਹ ਦੈਟਸ ਕੋਲ ਆ ਇਮੋਸ਼ਨਲ ਇੰਟੈਲੀਜੈਂਸ, ਬੀ ਪੁਆਇੰਟ ਹੈ। ਨੈਕਸਟ ਆਓ ਕੁਐਸਚਨ ਨੰਬਰ 8 ਦੀ ਗੱਲ ਕਰੀਏ। 8 ਕਹਿੰਦਾ ਕੀ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਟਰੂ ਸਟੇਟਮੈਂਟ। ਇੱਥੇ ਗੱਲ ਕਰ ਰਹੇ ਹੁਣ ਟਰੂ ਦੀ, ਕਿਸ ਚੀਜ਼ ਦੇ ਬਾਰੇ ਟਰੂ ਸਟੇਟਮੈਂਟ ਦੀ ਗੱਲ ਕਰ ਰਹੇ ਆ, ਇੰਟੈਲੀਜੈਂਸੀ ਦੇ ਬਾਰੇ ਗੱਲ ਕਰਦੇ ਪਏ ਆ। ਵਿਚ ਆਫ ਦੀ ਫੋਲੋਇੰਗ ਇਜ਼ ਦ ਟਰੂ ਸਟੇਟਮੈਂਟ ਦ ਰੈਫਰੈਂਸ ਆਫ ਦੀ ਇੰਟੈਲੀਜੈਂਸ। ਤਾਂ ਇੰਟੈਲੀਜੈਂਸੀ ਦੀ ਮਾਮਲੇ ਦੀ ਗੱਲ ਕਰੂਗਾ। ਤਾਂ ਫਿਲਹਾਲ ਚੈੱਕ ਕਰ ਲੈਣਾ ਆਪਸ਼ਨ ਕਿਹੜੀ ਕਿਹੜੀ ਬਣ ਸਕਦੀ ਹੈ। ਇੰਟੈਲੀਜੈਂਸ ਇਜ਼ ਅਬਿਲਿਟੀ ਟੂ ਐਡਜਸਟ। ਜਿਹੜੇ ਇੰਟੈਲੀਜੈਂਸੀ ਹੈ ਉਹ ਇੱਕ ਤਰ੍ਹਾਂ ਦੀ ਕਹਿ ਸਕਦੇ ਐਡਜਸਟਮੈਂਟ ਕਰਨ ਦੀ ਯੋਗਤਾ ਹੈ। ਹਾਂ ਇਹ ਹੋ ਸਕਦੀ ਹੈ, ਇਹਨੂੰ ਮੈਂ ਟਿਕ ਮਾਰ ਕਰੂੰਗਾ ਏ ਪੁਆਇੰਟ ਨੂੰ। ਬੀ ਪੁਆਇੰਟ ਦੇਖ ਲੈਣਾ ਫਿਲਹਾਲ ਕੀ ਕਹਿੰਦੀ ਹੈ, ਇੰਟੈਲੀਜੈਂਸ ਇਜ਼ ਦ ਅਬਿਲਿਟੀ ਟੂ ਲਰਨ। ਅਗਰ ਐਡਜਸਟਮੈਂਟ ਹੋਏਗੀ ਤਾਂ ਓਬਵੀਅਸ ਲਰਨਿੰਗ ਵੀ ਹੋਏਗੀ, ਤਾਂ ਮੈਂ ਇਹਨੂੰ ਵੀ ਟਿਕ ਮਾਰ ਕਰੂੰਗਾ ਬੀ ਪੁਆਇੰਟ ਨੂੰ, ਆਪਸ਼ਨ ਨੂੰ। ਸੀ ਆਪਸ਼ਨ ਕਹਿੰਦੇ ਕੀ ਹੈ, ਇੰਟੈਲੀਜੈਂਸ ਇਜ਼ ਦ ਅਬਿਲਿਟੀ ਆਫ ਅਬਸਟਰੈਕਟ ਰੀਜ਼ਨਿੰਗ। ਜਿਹੜੀ ਛੁਪੀ ਹੋਈ ਚੀਜ਼ ਹੈ ਉਹਨੂੰ ਖੋਜਣ ਦੀ ਕੋਸ਼ਿਸ਼ ਕਰਨਾ ਵੀ ਸਾਡੇ ਵਾਸਤੇ ਕੀ ਹੈ, ਇੰਟੈਲੀਜੈਂਸੀ ਹੈ। ਤਾਂ ਇਹ ਵੀ ਸਾਡੇ ਵਾਸਤੇ ਕੀ ਹੈ, ਸਹੀ ਹੈ, ਯਾਨੀ ਕਿ ਤਿੰਨੋਂ ਹੀ ਆਪਸ਼ਨ ਸਹੀ ਨੇ। ਤਾਂ ਡੀ ਆਪਸ਼ਨ ਕਹਿੰਦੇ ਕਿ ਆਲ ਆਫ ਥੀਸ, ਤਾਂ ਮੈਂ ਆਲ ਆਫ ਥੀਸ ਨੂੰ ਹੀ ਡਾਇਰੈਕਟ ਕੀ ਕਰੂੰਗਾ, ਟਿਕ ਮਾਰ ਕਰੂੰਗਾ, ਕਿਉਂਕਿ ਡੀ ਸਾਡੇ ਵਾਸਤੇ ਕੀ ਹੈ, ਇੱਕ ਰਾਈਟ ਆਨਸਰ ਹੈ। ਤਿੰਨੋਂ ਹੀ ਚੀਜ਼ਾਂ ਤੁਹਾਡੇ ਆਪਣੇ ਇੰਟੈਲੀਜੈਂਸੀ ਨੂੰ ਕੀ ਕਰਦੀਆਂ ਨੇ, ਸਟੇਟਮੈਂਟ ਨੂੰ ਸਹੀ ਮੰਨਦੀਆਂ ਨੇ ਜਾਂ ਕਹਿ ਸਕਦੇ ਡਿਫਾਈਨ ਕਰਦੀਆਂ ਨੇ। ਠੀਕ ਹੈ ਜੀ, ਨੈਕਸਟ ਆਓ ਅਗਲਾ ਪੁਆਇੰਟ ਹੈ, ਕਹਿੰਦਾ ਕਿ ਇਹ ਕੁਐਸਚਨ ਨੰਬਰ 9 ਦੇ ਵਿੱਚ 8th ਕੁਐਸਚਨ ਦਾ ਡੀ ਆਨਸਰ ਬਣੇਗਾ। ਠੀਕ ਹੈ, 9th ਕੁਐਸਚਨ ਦੀ ਗੱਲ ਕਰੀਏ, ਅ ਚਾਈਲਡ ਕੈਨ ਥਿੰਕ ਲੌਜੀਕਲੀ। ਬਹੁਤ ਵਾਰੀ ਗੱਲ ਕੀਤੀ ਹੈ, ਬਹੁਤ ਵਾਰੀ ਪਿਛਲੇ ਕੁਐਸਚਨ ਪੇਪਰ ਦੇ ਵਿੱਚ ਵੀ ਆਪਾਂ ਜਿਹੜੇ ਕਰਕੇ ਆਏ 2015-16 ਦੇ। ਤਾਂ ਜਦੋਂ ਬੱਚਾ ਲੌਜੀਕਲੀ ਮਤਲਬ ਕਿ ਸੋਚਣਾ ਸਟਾਰਟ ਕਰੂਗਾ ਇਵੈਂਟਸ ਦੇ ਬਾਰੇ ਜਾਂ ਆਬਜੈਕਟ ਦੇ ਬਾਰੇ, ਤਾਂ ਕੁਐਸਚਨ ਪੁੱਛਦਾ ਕੀ ਹੈ, ਦਿਸ ਇਜ਼ ਦ ਕਰੈਕਟਰਿਸਟਿਕਸ ਗਿਵਨ ਬਾय ਦ ਪਿਆਜੇ ਆਫ ਦੀ ਸਟੇਜ। ਤੇ ਦੱਸੋ ਪਿਆਜੇ ਦੀ ਸਟੇਜ ਦੇ ਅਕੋਰਡਿੰਗ ਇਸ ਸਟੇਜ ਦਾ ਨਾਮ ਕੀ ਹੈ। ਜਦੋਂ ਬੱਚਾ ਲੌਜੀਕਲੀ ਚੀਜ਼ਾਂ ਨੂੰ ਸੋਚਣਾ ਸਟਾਰਟ ਕਰ ਦਿੰਦਾ ਹੈ ਕਿ ਜੋ ਚੀਜ਼ ਉਹਦੇ ਸਾਹਮਣੇ ਪਈ ਹੈ ਉਹ ਵਾਕਈ ਆਰਟੀਫਿਸ਼ੀਅਲ ਹੈ ਜਾਂ ਵਾਕਈ ਨੈਚੁਰਲਿਸਟਿਕ ਹੈ, ਔਰ ਉਹਦੇ ਡਿਸੀਜ਼ਨ ਲੈਣੇ ਵੀ ਸਟਾਰਟ ਕਰ ਦੂਗਾ। ਲੇਕਿਨ ਜਿਹੜੇ ਡਿਸੀਜ਼ਨ ਹੋਣਗੇ ਉਹ ਲੌਜੀਕਲੀ ਹੋ ਸਕਦੇ ਨੇ, ਧਿਆਨ ਰੱਖਿਓ। ਠੀਕ ਹੈ, ਤਾਂ ਜਦੋਂ ਵੀ ਅਸੀਂ ਗੱਲ ਕਰੀਏ ਪਿਆਜੇ ਥਿਊਰੀ ਦੇ ਅਕੋਰਡਿੰਗ, ਜਦੋਂ ਬੱਚਾ ਲੌਜਿਕ ਤਰੀਕੇ ਨਾਲ ਸਟਾਰਟ ਕਰ ਦਿੰਦਾ, ਡਿਸੀਜ਼ਨ ਲੈਣੇ ਸਟਾਰਟ ਕਰ ਦਿੰਦਾ, ਆਪਣੇ ਆਪ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਸਾਡੇ ਵਾਸਤੇ 3rd ਸਟੇਜ ਬਣਦੀ ਹੈ ਜੀਨ ਪਿਆਜੇ ਦੀ। ਤਾਂ 3rd ਸਟੇਜ ਸਾਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੀ ਜੀਨ ਪਿਆਜੇ 3rd ਸਟੇਜ ਹੈ ਉਹਦਾ ਨਾਮ ਕੀ ਹੈ। ਤਾਂ 3rd ਸਟੇਜ ਸਾਡੇ ਵਾਸਤੇ ਜਿਹੜੀ ਮਿਲਦੀ ਹੈ ਉਹ ਕੰਕਰੀਟ ਆਪਰੇਸ਼ਨਲ ਸਟੇਜ ਹੈ, ਯਾਨੀ ਕਿ ਆਪਸ਼ਨ ਨੰਬਰ ਸੀ ਸਾਨੂੰ ਦਿੱਤੀ ਹੋਈ ਹੈ। ਮੈਂ ਸਟੇਜ ਦਾ ਨਾਮ ਵੀ ਦੱਸ ਚੁੱਕਿਆ ਕਿ ਸਾਡੇ ਵਾਸਤੇ 3rd ਸਟੇਜ ਬਣੇਗੀ, ਯਾਨੀ ਕਿ 3rd ਸਟੇਜ ਸਾਡੇ ਵਾਸਤੇ ਕੀ ਹੈ, ਕੰਕਰੀਟ। ਜਿਹੜੀ ਫਸਟ ਹੈ ਉਹ ਸਾਡੇ ਵਾਸਤੇ ਸੈਂਸਰੀ ਹੈ, ਪ੍ਰੀ ਆਪਰੇਸ਼ਨ ਸਾਡੇ ਵਾਸਤੇ 2nd ਹੈ, ਸੀ ਸਾਡੇ ਵਾਸਤੇ 3rd ਸਟੇਜ ਹੈ, ਔਰ ਡੀ ਸਾਡੇ ਵਾਸਤੇ 4th ਸਟੇਜ ਹੈ। ਤਾਂ ਉਹਨਾਂ ਨੇ ਸਟੇਜ ਦੀ ਗੱਲ ਕੀਤੀ ਸੀ, 3rd ਸਟੇਜ ਹੈ ਜੋ ਸਾਡੇ ਵਾਸਤੇ ਕੰਕਰੀਟ ਆਪਰੇਸ਼ਨਲ ਸਟੇਜ ਹੋਊਗੀ, ਜਿਵੇਂ ਕਿ ਜੀਨ ਪਿਆਜੇ ਨੇ ਆਪਣੇ ਬੱਚੇ ਦੀ ਉਮਰਾਂ ਨੂੰ ਵੀ ਸਟੇਜ ਦੇ ਵਿੱਚ ਡਿਫਾਈਨ ਕੀਤਾ ਸੀਗਾ। ਕੁਐਸਚਨ ਨੰਬਰ 10th ਦੀ ਗੱਲ ਕਰਦੇ ਹਾਂ। 10th ਕੀ ਕਹਿੰਦਾ ਇਸ ਦੇ ਵਿੱਚ, ਵਿਚ ਆਫ ਦੀ ਫੋਲੋਇੰਗ ਡਜ਼ ਨੋਟ ਬਿਲੋਂਗ। ਹੁਣ ਇੱਥੇ ਨੋਟ ਦੀ ਗੱਲ ਕੀਤੀ ਹੈ, ਪੂਰਾ ਕੁਐਸਚਨ ਪੜ੍ਹਦੇ ਆ, ਕਿਹੜੀ ਐਸੀ ਚੀਜ਼ ਹੈ ਜੋ ਇਸ ਕੈਟੇਗਰੀ ਦੇ ਵਿੱਚ ਨਹੀਂ ਆਉਂਦੀ। ਕਿਹੜੀ ਕੈਟੇਗਰੀ, ਕਹਿੰਦਾ ਕੈਟੇਗਰੀ ਆਫ ਕੋਪਿੰਗ ਸਟ੍ਰੈਟੇਜੀ that women commonly engaged in। ਜੋ ਇੱਕ ਤਰ੍ਹਾਂ ਦੀ ਵੂਮਨ ਦੇ ਮਾਮਲੇ 'ਚ ਗੱਲ ਕੀਤੀ ਗਈ ਹੈ, ਜੋ ਵੂਮਨ ਦੀ ਸਟ੍ਰੈਟੇਜੀ ਵਿੱਚ ਕੈਟੇਗਰੀ 'ਚ ਨਹੀਂ ਆਉਂਦੀ। ਵੀ ਏ ਆਪਸ਼ਨ ਹੈ ਅਸੈਪਟੈਂਸ,
बी ऑप्शन है रेजिस्टेंस, सी ऑप्शन है रेवोल्यूशन या डी ऑप्शन है अडाप्टेशन। अगर जीन पैजी थ्योरी पढ़ी है ना तुम सब ने, तो अडाप्टेशन एक तरह का सानू उत्थे नियम पढ़िया सी सानू उहदे विच, उस च सारी चीज़ों की गल की गई है, लेकिन एक चीज़ की गल नहीं की कि दैट्स कॉल्ड रेवोल्यूशन, जिन्होंने असीं की बोलते हैं एक तरह का कह सकते हैं ਇਹਦੇ ਵਿੱਚ क्रांति की गल की गई है। वो चेंज नहीं मंगती है, असैप्ट भी हो जाऊगा, रेजिस्टेंस भी हो जाऊगा, अडाप्टेशन भी हो जूगी, लेकिन उन्होंने जी कैटेगरी की गल की है, क्वेश्चन च नोट की गल की है, तो नोट के अकॉर्डिंग साडी सी ऑप्शन राइट मनी जाऊगी, दैट्स कॉल्ड अ रेवोल्यूशन। डीप क्वेश्चन का जो अपना ये डीपली वे अगर देखिए तो वूमेन की कैटेगरी के अकॉर्डिंग बाकी सारी तीन तीन चीज़ा मनिया जा सकदियां ने, ये सी ऑप्शन साडे वास्ते की आऊगा, गलत होगा, रेवोल्यूशन सी ऑप्शन। ठीक है जी। नैक्सट आओ क्वेश्चन नंबर 11 की गल करिए। 11th विच की कहता है, 11th च कह रहे हैं व्हाट शुड बी रोल ऑफ टीचर, एक टीचर का रोल की होएगा इन मीटिंग द इंडिविजुअल डिफरेंसिस, ਜਦੋਂ ਉਹੀ ਇੱਕ तरह ਦੇ कह सकते कि बच्चे विचकार डिफरेंसिस पाए जाते हैं उन्होंने मीट करेगा। ठीक है, इस तरह के एक प्रिंसीपल ਨੂੰ मीट करेगा तो टीचर का एक रोल की होएगा, अध्यापक की अहम भूमिका की होएगी। तो ये पॉइंट कहता की है ट्राई टू नो द एबिलिटी, इंटरस्ट या एप्टीट्यूड द इंडिविजुअल, ट्राई करूँगा बच्चे की योग्यता देखने की, इंटरस्ट जानने की और बच्चे के ज्ञान को जानने की कोशिश करूँगा, तो राइट है साढ़े वास्ते। ठीक है, बी पॉइंट कहता की है ट्राई टू एडजस्ट द करिकुलम, यानी कि बच्चे के सिलेबस को एडजस्ट करूँगा एज पर द नीड्स ऑफ द इंडिविजुअल, बच्चे की नीड्स को देख के, ये भी करैक्ट है। तो ऑप्शन देख लेने फिलहाल होर केड़ी है, बोथ ए एंड बी, यानी कि फर्स्ट एंड सैकेंड ऑप्शन साढ़े वास्ते की है, राइट है। यानी कि मैं सी आंसर की करूँगा, ऑप्शन की करूँगा, इतने सर्कल कर रहे हैं, टिक मार्क कर रहे हैं, तो सी ऑप्शन साढ़े वास्ते राइट बनूगी 11वें क्वेश्चन की। दोनों चीज़ें साढ़े वास्ते एक तरह की बच्चे की नीड्स को लैके बहुत ज़्यादा इफेक्टिव ने, इतने टीचर का रोल यही होगा कि दोनों चीज़ें कंसीडर करके ही अगे चलेगा। ठीक है जी। नैक्सट आओ क्वेश्चन नंबर 12वां, जो एक न्यूमेरिकल बेस्ड क्वेश्चन है। इफ द चाइल्ड हैज़ अ मेंटल एज, इतने पता लग गया कि बच्चे IQ की गल की जा रही है, यानी कि बच्चे की मेंटल एज 5 साल की है, यानी कि MA 5 साल की है, और उस बाद जो बच्चे का क्रोनिकल एज है वो साढ़े वास्ते 4 साल की है, यानी कि जी CA है और 4 साल की है। तो दसो बच्चे का IQ किस तरह का होएगा, तो सानू सब नूं पता IQ जो फॉर्मूला होंगे साढ़े वास्ते, वो फॉर्मूला की कहता है, IQ देखना है फिलहाल, वो फॉर्मूला तुहानूं सब नूं पता होना चाहिए। MA भी दिता होया क्वेश्चन च, CA भी दिता है क्वेश्चन च, मल्टीप्लाई कर देना इस 100 के नाल, तो जो 100 नाल मल्टीप्लाई की, MA सानूं दित्ती भी है 5 की, CA दित्ती भी है 4 की, 100 नाल असीं की कर देंगे, इनू मल्टीप्लाई कर देंगे, तो सानूं डायरैक्ट क्वेश्चन दे विच आंसर दिता होया मिलना चाहिए, तो आंसर बनेगा 125। तो ऑप्शन नंबर साढ़े वास्ते ए है, जो सैट करके पाई गई है थोड़े वास्ते, तो ऑप्शन नंबर ए साढ़े वास्ते की है, राइट है। ठीक है, उस टाइम ऑप्शन गलत सी, तो ये मैं राइट करके उरे लिखी हुई है। ठीक है, IQ का फॉर्मूला सेम होंगे MA/CA × 100, ये ध्यान रखियो जी। ऑप्शन नंबर ए साढ़े वास्ते राइट बनेगी, 125 आंसर बनेगा। नैक्सट आओ क्वेश्चन नंबर 13 की गल करा, विच ऑफ द फॉलोइंग इज नॉट द टूल ऑफ फॉर्मेटिव असैसमेंट। नीचे कुछ ऑप्शन दी होंगी, उस पूछता की है कि जी फॉर्मेटिव असैसमेंट नहीं है बच्चे के अकॉर्डिंग, तो ए पॉइंट कहता कि कन्वर्सेशन स्किल, गलबात का एक हुनर। बी पॉइंट कहता कि MCQs। हाँ, इतो पता लग गया कि जी MCQs है वो फॉर्मुलेटिव नहीं है, मतलब फॉर्मेटिव असैसमेंट नहीं है, और साढ़े वास्ते केड़ी है और समेटिव है। ये ध्यान रखियो, ये साढ़े वास्ते समेटिव है, बहुत बारी अपने नोट्स किया भी है, ये मैंने अपने फिलहाल प्रीवियस टेस्ट पेपर जिस गल की गल की सी, समेटिव MCQ साढ़े वास्ते समेटिव असैसमेंट है। बाकी अगर ऑप्शन मैं देख भी लवां तो गलत नहीं है, प्रोजैक्ट हो गया, ओरल क्वेश्चन हो गए, ये सारे फॉर्मेटिव च ने, तो उन्होंने एक पूछा सी केड़ा नहीं है, नोट की गल की है, तो बी ऑप्शन साढ़े वास्ते राइट बनूगी। MCQ बेस्ड क्वेश्चन साढ़े वास्ते समेटिव असैसमेंट ने, ये कह समेटिव दा पार्ट ने, फॉर्मेटिव दा पार्ट नहीं हैगी। ठीक है जी। नैक्सट आओ क्वेश्चन नंबर 14 की गल कर रहे हैं। आ फ्यू स्टूडेंट इन योर क्लास, थोड़ी क्लास में कुछ बच्चे ने जो एक्सैप्शनली की ने ब्राइट है। एक्सैप्शनली ब्राइट मतलब उन्होंने जो IQ लेवल है वो 140 या 140 के अराउंड है। ठीक है, यू विल टीच दैम, थोनू उन्होंने भी पढ़ाना है, तो किमें पढ़ाओगे। पहली गल तो उन्होंने बच्चों वास्ते एक्सट्रा वर्क होना जरूरी है,
एक्स्ट्रा एक्टिविटी होनी जरूरी है। अगर वो एक्स्ट्रा वर्क या एक्स्ट्रा एक्टिविटी ना हुई तो ओबवियस वो बच्चे नॉर्मल क्लास में बच्चे ਦੇ ਨਾਲ ਕੀ ਹੋ ਜਾਣਗੇ ਬੋਰ ਹੋ ਜਾਣਗੇ। ਤਾਂ ਆਪਸ਼ਨ ਦੇਖਣੀ ਹੈ ਫਿਲਹਾਲ ਕੀ ਹੋਊਗਾ। ਤਾਂ ਇਹ ਆਪਸ਼ਨ ਕਹਿੰਦਾ ਕਿ ਅਲੋਂਗ ਵਿਦ ਦਾ ਕਲਾਸ, ਤੁਸੀਂ ਉਹਨਾਂ ਨੂੰ ਕਲਾਸ ਦੇ ਨਾਲ ਹੀ ਪੜਾਓ, ਇਕੱਲੇ ਪੜਾਓਗੇ। ਅਲੋਂਗ ਵਿਦ ਦਾ ਹਾਇਰ ਕਲਾਸਿਸ, ਬੜੀ ਕਲਾਸਿਸ ਨਾਲ ਪੜਾਓਗੇ। ਜਾਂ ਬਾਈ ਯੂਜ਼ਿੰਗ ਐਨਰਿਚਡ ਪ੍ਰੋਗਰਾਮ। ਐਨਰਿਚ ਪ੍ਰੋਗਰਾਮ ਦਾ ਮਤਲਬ ਹੁੰਦਾ ਕਿ ਉਹਨੂੰ ਐਕਸਟਰਾ ਲਰਨਿੰਗ ਵਾਸਤੇ ਐਕਸਟਰਾ ਵਰਕ ਜਾਂ ਐਕਸਟਰਾ ਐਕਟੀਵਿਟੀ ਦਿੱਤੀ ਜਾਊਗੀ ਜੋ ਉਹਨਾਂ ਦੇ IQ ਤੋਂ ਕੀ ਹੋਊਗਾ ਅਬਵ ਹੋਏਗਾ। ਤੇ ਧਿਆਨ ਰੱਖਿਓ ਜਦੋਂ ਵੀ ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਤਾਂ ਆਪਸ਼ਨ ਨੰਬਰ ਜਦੋਂ C ਸਾਡੇ ਵਾਸਤੇ ਇਹਦੇ 'ਚ ਕੀ ਹੋਊਗਾ ਰਾਈਟ ਹੋਊਗਾ। ਅਗਰ ਤੁਸੀਂ ਉਹਨਾਂ ਨੂੰ ਕੋਈ ਐਕਸਟਰਾ ਕੰਮ ਜਾਂ ਐਕਸਟਰਾ ਐਕਟੀਵਿਟੀ ਨਹੀਂ ਦੋਗੇ ਤਾਂ ਬੱਚੇ ਤੁਹਾਡੀ ਕਲਾਸ ਕਹਿ ਸਕਦੇ ਕਿ ਬੋਰ ਮੰਨਣ ਲੱਗ ਜਾਣਗੇ ਜਾਂ ਆਪਣਾ IQ ਦੂਸਰੇ ਬੱਚੇ IQ ਦੇ ਨਾਲੋਂ ਉੱਪਰ ਸਮਝਦੇ ਨੇ। ਓਬਵੀਅਸ ਹੈ ਕਿਉਂਕਿ ਬੱਚੇ ਐਕਸੈਪਸ਼ਨਲੀ ਕੀ ਨੇ ਬਰਾਈਟ ਨੇ। ਤਾਂ ਟੀਚਰ ਦੀ ਡਿਊਟੀ ਇੱਥੇ ਇਹੀ ਹੁੰਦੀ ਹੈ ਕਿ ਉਹਨਾਂ ਬੱਚਿਆਂ ਵਾਸਤੇ ਉਹਨਾਂ ਦੀ IQ ਦੇ ਅਕੋਰਡਿੰਗ ਕੀ ਦਿੱਤੇ ਜਾਣ, ਵਰਕਆਊਟ ਕੀਤਾ ਜਾਵੇ, ਕੰਮ ਦਿੱਤਾ ਜਾ ਸਕੇ। ਠੀਕ ਹੈ ਜੀ, ਧਿਆਨ ਰੱਖਣਾ। ਨੈਕਸਟ ਆਓ ਕੁਐਸਚਨ ਨੰਬਰ 15। ਕੁਐਸਚਨ ਨੰਬਰ 15 ਕਹਿੰਦਾ ਕੀ ਹੈ ਦਾ ਮੇਜਰ ਪਰਪਸ ਆਫ ਡਾਇਗਨੋਸਟਿਕ ਟੈਸਟ। ਡਾਇਗਨੋਸ ਟੈਸਟ ਨੂੰ ਆਇਡੈਂਟੀਫਾਈ ਕਰਨਾ ਹੈ। ਠੀਕ ਹੈ, ਉਹਦਾ ਮੇਨ ਪਰਪਸ ਕੀ ਹੋਊਗਾ ਤਾਂ ਦੇਖਿਆ ਜਾਵੇ ਤਾਂ ਆਇਡੈਂਟੀਫਾਈ ਤੇ ਕਰਨ ਦੇ ਮਾਮਲੇ 'ਚ ਕੁਝ ਆਪਸ਼ਨ ਦਿੱਤੀ ਵੀਆਂ ਨੇ ਤਾਂ ਉਹਦਾ ਇੱਕ ਮੇਜਰ ਪਰਪਸ ਕੀ ਹੋ ਸਕਦਾ ਹੈ। ਤਾਂ ਫਸਟ ਆਪਸ਼ਨ ਕਹਿੰਦੀ ਕੀ ਹੈ ਦਾ ਜਨਰਲ ਏਰੀਆ ਆਫ ਦੀ ਵੀਕਨੈਸ ਇਨ ਦਾ ਕਲਾਸ ਪਰਫਾਰਮੈਂਸ, ਕਿ ਕਲਾਸ ਦੇ ਪ੍ਰਦਰਸ਼ਨ ਵਿੱਚ ਕਮਜ਼ੋਰੀ ਦਾ ਸਾਧਨ ਖੇਤਰ ਦੇਖਿਆ ਜਾਵੇ। ਜਿਵੇਂ ਕੋਈ ਪੰਜਾਬੀ 'ਚ ਲਿਖਿਆ ਹੋਵੇ ਕਲਾਸ ਦੀ ਕਾਰਜਕਾਰੀ ਵਿੱਚ ਕਮਜ਼ੋਰੀ ਦਾ ਆਮ ਖੇਤਰ ਦੇਖਿਆ ਜਾਵੇ। ਜਾਂ B ਪੁਆਇੰਟ ਸਾਡੇ ਵਾਸਤੇ ਕਹਿੰਦਾ ਕੀ ਹੈ ਸਪੈਸੀਫਿਕ ਨੇਚਰ ਆਫ ਦੀ ਰੈਮੂਲੇਟ ਪ੍ਰੋਗਰਾਮ ਨੀਡਡ, ਕਿ ਬੱਚੇ ਨੂੰ ਇੱਕ ਜਗ੍ਹਾ ਕਹਿ ਸਕਦੇ ਕਿ ਇੱਕ ਬੱਚੇ ਦੇ ਵਾਸਤੇ ਅਲੱਗ ਟ੍ਰੀਟਮੈਂਟ ਦਿੱਤਾ ਜਾ ਸਕਦਾ ਹੈ। ਜਾਂ C ਪੁਆਇੰਟ ਕਹਿੰਦਾ ਕੀ ਹੈ ਦਾ ਕੋਜ਼ਿਸ ਅੰਡਰਲਾਈਨ ਐਕੈਡੈਮਿਕ ਡਿਫਿਕਲਟੀਜ਼, ਜਾਂ ਕਹਿ ਸਕਦੇ ਕਿ ਬੱਚੇ ਦੇ ਵਾਸਤੇ ਜਿਹੜੀ ਐਕੈਡੈਮਿਕ ਡਿਫਿਕਲਟੀਜ਼ ਆਉਂਦੀਆਂ ਨੇ ਉਹਨਾਂ ਦੇ ਕਾਰਨ ਲੱਭੇ ਜਾਣ। ਤਾਂ ਜਿਵੇਂ ਕਿ ਆਪਾਂ ਗੱਲ ਕਰੀਏ ਕੁਐਸਚਨ 'ਚ ਗੱਲ ਕੀਤੀ ਹੈ ਡਾਇਗਨੋਸਟਿਕ ਟੈਸਟ ਦੀ। ਠੀਕ ਹੈ, ਡਾਇਗਨੋਸਟਿਕ ਟੈਸਟ ਜਿਹੜਾ ਕੀਤਾ ਜਾਂਦਾ ਉਹ ਪਹਿਲੀ ਸਟੇਜ ਤੇ ਕੀਤਾ ਜਾਂਦਾ ਹੈ। ਮਤਲਬ ਜਿਹੜਾ ਅਸੀਂ ਡਾਕਟਰ ਪਾਸ ਜਾਂਦੇ ਹਾਂ ਤਾਂ ਅਗਰ ਤੁਸੀਂ ਡਾਕਟਰ ਨੂੰ ਬਿਮਾਰੀ ਨਹੀਂ ਦੱਸੋਗੇ ਤਾਂ ਓਬਵੀਅਸ ਡਾਕਟਰ ਕੀ ਤੁਹਾਨੂੰ ਦਵਾਈ ਦੇ ਦੂਗਾ? ਨਹੀਂ। ਪਹਿਲਾਂ ਡਾਕਟਰ ਨੂੰ ਤੁਸੀਂ ਦੱਸੋਗੇ ਤੁਹਾਡਾ ਟਮੀ ਏਕ ਹੋ ਰਿਹਾ ਹੈ ਜਾਂ ਹੈਡੇਕ ਹੋ ਰਿਹਾ ਹੈ ਜਾਂ ਟੈਂਪਰੇਚਰ ਹੈ, ਉਸ ਤੋਂ ਬਾਅਦ ਡਾਕਟਰ ਡਾਇਗਨੋਸ ਕਰਦਾ ਹੈ। ਤਾਂ ਟੀਚਰ ਵੀ ਹੁੰਦਾ ਹੈ ਤਾਂ ਪੁੱਛਦਾ ਤੁਹਾਨੂੰ ਮੇਨ ਪ੍ਰੋਬਲਮ ਕਿਹਦੇ ਵਿੱਚ ਆ ਰਹੀ ਹੈ, ਕਿਹੜੇ ਕੁਐਸਚਨ 'ਚ ਕਿਹੜੇ ਟੌਪਿਕ 'ਚ ਪ੍ਰੋਬਲਮ ਆ ਰਹੀ ਹੈ, ਤਾਂ ਜਾ ਕੇ ਤੁਸੀਂ ਆਪਣੇ ਟੌਪਿਕ ਦਾ ਨਾਮ ਦੱਸਦੇ ਹੋ, ਤਾਂ ਜਾ ਕੇ ਜਿਹੜਾ ਟੀਚਰ ਤੁਹਾਡਾ ਆਪਣਾ ਡਾਇਗਨੋਸ ਕਰਦਾ ਹੈ। ਤਾਂ ਓਬਵੀਅਸ ਹੈ ਕੁਐਸਚਨ ਦੇ ਅਕੋਰਡਿੰਗ ਸਾਰੀ ਇੱਕ ਤਰ੍ਹਾਂ ਦੀ ਆਪਸ਼ਨਾਂ ਰਾਈਟਫੁਲ ਹੋ ਸਕਦੀਆਂ ਨੇ, ਲੇਕਿਨ ਐਕੈਡੈਮਿਕ ਪ੍ਰੋਬਲਮ ਸਾਡੇ ਵਾਸਤੇ ਮੇਨ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਬੱਚੇ ਵਾਸਤੇ ਡਾਇਗਨੋਸਟਿਕ ਟੈਸਟ ਦੀ। ਤਾਂ ਆਪਸ਼ਨ ਨੰਬਰ ਜਿਹੜੀ C ਹੈ ਸਾਡੇ ਵਾਸਤੇ ਉਹ ਰਾਈਟ ਹੋਏਗੀ। ਡਾਇਗਨੋਸਟਿਕ ਟੈਸਟ ਸਾਡੇ ਵਾਸਤੇ ਇੱਕ ਤਰ੍ਹਾਂ ਦਾ ਬੱਚੇ ਦੀ ਐਕੈਡੈਮਿਕ ਡਿਫਿਕਲਟੀਜ਼ ਨੂੰ ਕੀ ਕਰਦਾ ਹੈ ਆਇਡੈਂਟੀਫਾਈ ਕਰਦਾ ਹੈ। ਇਹ ਵੀ ਧਿਆਨ ਰੱਖਣਾ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 16 ਦੀ ਗੱਲ ਕਰੀਏ। ਸਪੈਸ਼ਲ ਐਜੂਕੇਸ਼ਨ ਇਜ਼ ਰਿਲੇਟਿਡ ਟੂ, ਜਿਹੜੀ ਸਪੈਸ਼ਲ ਐਜੂਕੇਸ਼ਨ ਹੈ ਫਿਲਹਾਲ ਅਗਰ ਗੱਲ ਕਰਾਂ ਇਹਨੂੰ ਮੈਂ ਸਰਕਲ ਕਰਾਂ ਤੇ ਨਾਰਮਲ ਬੱਚੇ ਵਾਸਤੇ ਵੀ ਸੇਮ ਹੁੰਦੀ ਹੈ। ਠੀਕ ਹੈ, ਔਰ ਸਪੈਸ਼ਲ ਕਾਸਟ ਵਾਲੇ ਬੱਚੇ ਵਾਸਤੇ ਵੀ ਕੀ ਹੁੰਦੀ ਹੈ ਸੇਮ ਹੁੰਦੀ ਹੈ। ਸਪੈਸ਼ਲ ਮਤਲਬ ਜਿਹਦਾ IQ ਘੱਟ ਹੋਏਗਾ 70 ਤੋਂ ਬਿਲੋ ਹੋਏਗਾ ਜਾਂ ਜਿਹਦੇ IQ 90 ਤੋਂ ਅਬਵ ਹੋਏਗਾ ਉਹਨਾਂ ਵਾਸਤੇ ਵੀ ਰਿਲੇਟ ਕਰਦੀ ਹੈ। ਮੇਨਲੀ ਅਗਰ ਮੈਂ ਗੱਲ ਕਰਾਂ ਸਪੈਸ਼ਲ ਸਟੂਡੈਂਟ ਨੂੰ ਲੈ ਕੇ ਤਾਂ ਉਹਦੇ 'ਚ ਮੇਨਲੀ ਡਿਸੇਬਲਡ ਸਟੂਡੈਂਟ ਰੱਖੇ ਜਾਂਦੇ ਨੇ। ਤਾਂ ਆਪਸ਼ਨਾਂ ਦੇ ਅਕੋਰਡਿੰਗ ਫਿਲਹਾਲ ਚੈੱਕ ਕਰ ਲੈਣ ਕਿਹੜੀ ਕਿਹੜੀ ਚੀਜ਼ਾਂ ਦੀ ਗੱਲ ਕਰਦਾ ਹੈ। ਸਪੈਸ਼ਲ ਐਜੂਕੇਸ਼ਨ ਇਜ਼ ਰਿਲੇਟਿਡ ਟੂ ਫਸਟ ਪੁਆਇੰਟ ਕਹਿੰਦਾ ਕਿ ਐਜੂਕੇਸ਼ਨ ਫॉर अ ਟੈਲੈਂਟਡ ਸਟੂਡੈਂਟ, ਨੋ ਇਹਦੇ 'ਚ ਕੋਈ ਐਸਾ ਨਹੀਂ ਹੈ। ਐਜੂਕੇਸ਼ਨ ਪ੍ਰੋਗਰਾਮ ਫॉर द डिसेबल्ड, मतलब ਇੱਥੇ ਡਿਸੇਬਲਡ ਦੀ ਗੱਲ ਕੀਤੀ ਗਈ ਹੈ ਤੈਨੂੰ ਮੈਂ ਰਾਈਟ ਸਮਝੂੰਗਾ ਕਿ B ਪੁਆਇੰਟ ਸਾਡੇ ਵਾਸਤੇ ਰਾਈਟ ਹੋ ਸਕਦਾ ਹੈ। ਬਾਕੀ ਆਪਸ਼ਨਾਂ ਵੀ ਫਿਲਹਾਲ ਦੇਖ ਲੈਂਦੇ ਆ। ਟ੍ਰੇਨਿੰਗ ਪ੍ਰੋਗਰਾਮ ਫॉर द टीचर्स, नो ਇੱਥੇ ਕੋਈ ਗੱਲ ਨਹੀਂ ਕੀਤੀ ਗਈ ਹੈ। ਟ੍ਰੇਨਿੰਗ ਪ੍ਰੋਗਰਾਮ ਫॉर ਰਿਟਾਰਡਡ, ਇਹਦੇ ਵਾਸਤੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਰਿਟਾਰਡਡ ਮਤਲਬ ਇਹ ਅਪਾਹਿਜਾ ਵਾਸਤੇ ਗੱਲ ਕਰਦਾ, ਤਾਂ ਡਿਸੇਬਲਡ ਵੀ ਹੋ ਸਕਦਾ। ਤਾਂ ਜਿਹੜੀ ਨਾਰਮਲ ਪਲੱਸ ਇੱਕ ਸਪੈਸ਼ਲ ਸਟੂਡੈਂਟ ਦੀ ਗੱਲ ਕਰਦੇ ਆ ਇਹਦੇ ਵਾਸਤੇ ਇੱਕ ਤਰ੍ਹਾਂ ਦੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ, ਦੈਟਸ ਕੋਲ ਆ ਇਨਕਲੂਸਿਵ ਐਜੂਕੇਸ਼ਨ। ਠੀਕ ਹੈ, ਧਿਆਨ ਰੱਖਿਓ ਜਿਸ 'ਚ ਤੁਸੀਂ ਬੱਚਿਆਂ ਨੂੰ ਨਾਰਮਲ ਬੱਚੇ ਨੂੰ ਸਪੈਸ਼ਲ ਬੱਚੇ ਦੇ ਨਾਲ ਵੀ ਪੜ੍ਹਾਉਣਾ ਸਟਾਰਟ ਕਰੋਗੇ। ਇਨਕਲੂਸਿਵ ਦੀ ਗੱਲ ਕੀਤੀ ਸੀ। ਠੀਕ ਹੈ, ਨਾਰਮਲ ਪਲੱਸ ਸਪੈਸ਼ਲ ਨੂੰ ਲੈ ਕੇ, ਲੇਕਿਨ ਸਪੈਸ਼ਲ ਐਜੂਕੇਸ਼ਨ ਸਾਡੇ ਵਾਸਤੇ ਸਿਰਫ ਡਿਸੇਬਲਡ ਦੀ ਗੱਲ ਕਰਦੀ ਹੈ। ਇਹ ਕਿੰਨੇ ਟਾਈਪ ਦੀ ਡਿਸੇਬਿਲਿਟੀਜ਼ ਨੇ ਉਹ ਤੁਹਾਨੂੰ ਸਭ ਨੂੰ ਕਰਵਾ ਰੱਖਿਆ ਮੈਨੇ PW ਐਕਟ ਦੇ ਵਿੱਚ 1995 ਦੇ ਵਿੱਚ 7 ਡਿਸੇਬਿਲਿਟੀ ਸੀਗੀਆਂ, ਲੇਕਿਨ ਜਦ ਰਿਵਾਈਜ਼ਡ ਕੀਤਾ ਗਿਆ ਸੀ ਇਹਨੂੰ PW ਐਕਟ ਨੂੰ 2016 ਦੇ ਵਿੱਚ। ਠੀਕ ਹੈ, ਤਾਂ ਉਹਦੇ ਵਿੱਚ 21 ਤੁਹਾਡੀਆਂ ਆਪਣਾ ਕੀ ਕੀਤੀ ਗਈਆਂ ਸੀਗੀਆਂ 21 ਕਿੰਨੀ ਕੀਤੀ ਗਈਆਂ 21 ਕੀਤੀ ਗਈਆਂ ਸੀ ਡਿਸੇਬਿਲਿਟੀ ਕਾਸਟ, ਇਹ ਧਿਆਨ ਰੱਖਣਾ। ਲੇਕਿਨ ਸਪੈਸ਼ਲ ਐਜੂਕੇਸ਼ਨ ਕੱਲੇ ਡਿਸੇਬਲ ਦੀ ਗੱਲ ਕਰੂਗਾ। ਇਨਕਲੂਸਿਵ ਐਜੂਕੇਸ਼ਨ ਤੁਹਾਡੇ ਆਪਣੇ ਨਾਰਮਲ ਪਲੱਸ ਸਪੈਸ਼ਲ ਟਾਈਪ ਦੇ ਬੱਚੇ ਜਿਹੜੇ ਹੁੰਦੇ ਨੇ
ਉਹਨਾਂ ਦੀ ਗੱਲ ਕਰੂਗਾ। ਠੀਕ ਹੈ ਜੀ। तो ऑप्शन ਸਾਡੇ ਵਾਸਤੇ ਜਿਹੜੀ ਬਣੂਗੀ ਉਹ ਇੱਕ ਤਰ੍ਹਾਂ ਦੀ ਬੀ ਆਪਸ਼ਨ ਸਾਡੇ ਵਾਸਤੇ ਰਾਈਟ ਬਣੇਗੀ। PW ਐਕਟ ਧਿਆਨ ਰੱਖਿਓ 2 ਵਾਰੀ ਹੋਇਆ ਸੀ 1995 ਦੇ ਵਿੱਚ, ਇੱਕ ਰਿਵਾਈਜ਼ ਕੀਤਾ ਕਿ 2016 ਦੇ ਵਿੱਚ। ਠੀਕ ਹੈ, ਉਸ 'ਚ 21 ਟਾਈਪ ਦੀ ਡਿਸੇਬਿਲਿਟੀ ਸੀ 16 ਦੇ ਵਿੱਚ, ਲੇਕਿਨ अगर मैं गल करा 1995 ਦੇ ਵਿੱਚ ਤਾਂ 1950 ਵਿੱਚ 7 ਤਰ੍ਹਾਂ ਦੀ ਟੋਟਲ ਤੁਹਾਡੀ ਆਪਣੀ ਡਿਸੇਬਿਲਿਟੀ ਸੀਗੀਆਂ, ਇਸ ਕਰਕੇ ਇਹਨੂੰ ਬਾਅਦ ਚ ਰਿਵਾਈਜ਼ ਕੀਤਾ ਗਿਆ ਸੀ। ਠੀਕ ਹੈ, ਨੈਕਸਟ ਆ ਕੁਐਸਚਨ ਨੰਬਰ 17 ਦੀ ਗੱਲ ਕਰੀਏ। 17 ਦੇ ਵਿੱਚ ਕਹਿੰਦਾ ਕੀ ਹੈ ਤੁਹਾਡੇ ਆਪਣਾ ਇਨ CCE, ਮਤਲਬ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੁੰਦੀ ਹੈ CCE ਦੀ ਫੁੱਲ ਫਾਰਮ। ਅਗਰ ਕਿਸੇ ਬੱਚੇ ਨੂੰ ਪਤਾ ਹੈ ਤਾਂ ਪਲੀਜ਼ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣਾ ਮੈਸੇਜ ਪਾਣਾ ਫੁੱਲ ਫਾਰਮ ਦੇ ਵਿੱਚ। ਤੇ ਤਾਂ CCE ਦੇ ਵਿੱਚ ਜਿਹੜੀ ਅਸੈਸਮੈਂਟ ਹੈ ਫਾਰਮੇਟਿਵ ਅਸੈਸਮੈਂਟ ਔਰ ਸਮੇਟਿਵ ਅਸੈਸਮੈਂਟ, ਉਹਦੀ ਬਾਇਫਰਕੇਸ਼ਨ ਕਿੰਨੀ ਹੈ। ਆਪਸ਼ਨਾਂ ਦੇ ਉਸ ਟਾਈਮ ਦੇ 2011 ਜਦੋਂ ਪੇਪਰ ਆਇਆ ਸੀ ਉਸ ਟਾਈਮ 'ਚ ਆਪਸ਼ਨਾਂ ਇਹ ਸਹੀ ਨੇ, ਲੇਕਿਨ ਹੁਣ ਚੇਂਜ ਹੋ ਚੁੱਕੀਆਂ ਨੇ। ਠੀਕ ਹੈ, ਤਾਂ ਕਮੈਂਟ ਬਾਕਸ 'ਚ ਤੁਸੀਂ ਆਪਣਾ ਮੈਸੇਜ ਪਾਣਾ ਹੈ ਕਿ ਹੁਣ ਕਿੰਨੀ ਹੈ, ਮਤਲਬ ਫਾਰਮੇਟਿਵ ਕਿੰਨੀ ਹੈ ਔਰ ਸਮੇਟਿਵ ਹੁਣ ਕਿੰਨੀ ਹੈ। ਇਹ ਤਾਂ 2011 ਦਾ ਕੁਐਸਚਨ ਪੇਪਰ ਹੈ ਨਾ, ਤਾਂ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਦੇਣਾ। ਫਾਰਮੇਟਿਵ ਦੇ ਵਿੱਚ ਉਸ ਟਾਈਮ 'ਚ 40% ਹੁੰਦਾ ਸੀ, ਸਮੇਟਿਵ 'ਚ 60% ਹੁੰਦਾ ਸੀ, ਯਾਨੀ ਕਿ ਆਪਸ਼ਨ ਨੰਬਰ A ਸਾਡੇ ਵਾਸਤੇ ਰਾਈਟ ਹੈ। ਲੇਕਿਨ ਤੁਸੀਂ ਹੁਣ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਹੁਣ ਕਿੰਨੇ ਪਰਸੈਂਟ ਹੈ। ਤਾਂ ਨਹੀਂ ਪਤਾ ਤਾਂ ਨੈਟ ਚੈੱਕ ਕਰੋ ਕਿੰਨੇ ਪਰਸੈਂਟ ਹੈ। ਇਹ 2011 ਦੇ ਅਕੋਰਡਿੰਗ ਕੁਐਸਚਨ ਪੇਪਰ ਸੀ ਤਾਂ ਮੈਂ 2011 ਦੇ ਅਕੋਰਡਿੰਗ ਟਿਕ ਮਾਰ ਕੀਤੀ ਹੈ, ਲੇਕਿਨ ਹੁਣ ਚੇਂਜ ਹੋ ਚੁੱਕੀ ਹੈ। ਤਾਂ ਤੁਸੀਂ ਕਮੈਂਟ ਬਾਕਸ 'ਚ ਮੈਸੇਜ ਕਰਨਾ ਕਿ ਹੁਣ ਕਿੰਨੇ ਪਰਸੈਂਟ ਹੈ। ਠੀਕ ਹੈ, ਅਗਰ ਨਹੀਂ ਪਤਾ ਤਾਂ ਸਰਚ ਕਰੋ ਕਿੰਨੇ ਪਰਸੈਂਟ ਹੈ। ਕੋਈ 20-80 ਕਹੂਗਾ ਜਾਂ ਕੋਈ 60-40 ਕਹੂਗਾ ਜਾਂ 50-50 ਕਹੂਗਾ, और तुसी देखना है और कमेंट बॉक्स में मैसेज पाना है तुमने अपना। ठीक है, नैक्सट आओ क्वेश्चन नंबर 18 की गल करिए। फ्रोबल मोस्ट इंपोर्टेंट कंट्रीब्यूशन ऑफ द एजुकेशन वास डेवलपमेंट। तो फ्रोबल का जो नाम आता है तो सब नूं पता होएगा कि फ्रोबल ने किंडरगार्टन की गल की सी, KG क्लास की गल की सी, LKG क्लास की गल की सी, UKG क्लास की गल की सी। ठीक है जी, तो ध्यान रखना किंडरगार्टन साडे वास्ते दे विच मेन गल करदा। अगर मैं इस चीज़ की गल करा तो B ऑप्शन साडे वास्ते की आऊगा, राइट आंसर आऊगा तुहाडा अपना किंडरगार्टन। ठीक है जी, नैक्सट आओ क्वेश्चन नंबर 19। विच आर्टिकल, हुणे आर्टिकल उत्ते गल करूगा। विच आर्टिकल इंजॉयज दैट ऑल मिनोरिटी वैदर बेस्ड ऑन द रिलीजन और द लैंग्वेज, या जी मिनोरिटी एक तरह की कह सकते हैं मिनोरिटी कास्ट है। ठीक है, और रिलीजन के बेस पे या लैंग्वेज के बेस पे है। विच हैव राइट टू एस्टैबलिश एडमिनिस्ट्रेशन एजुकेशन, उन्होंने एक तरह राइट दिता गया है कि तुसी अपना एक एडमिनिस्ट्रेशन एजुकेशन डिवेलप कर सकते हो या एस्टैबलिश कर सकते हो। वो किहड़े आर्टिकल की गल करता है, तो डायरैक्ट क्वेश्चन पूछा गया है। तो साडे वास्ते नोट्स के विच साडे नोट्स के विच इस चीज़ की गल की गई सी आर्टिकल 30 सबसैक्शन 30 मतलब 30 तो बाद सबसैक्शन 1 की गल करता है। तो आर्टिकल 30 सबसैक्शन 1 इस चीज़ की गल करूँगा। तो 19 क्वेश्चन साडा जिहड़ा बनेगा वो C ऑप्शन को राइट करता है। आर्टिकल 30 सबसैक्शन 1 इस चीज़ की गल करता है कि जिहड़े बच्चे मिनोरिटी बेस ते हैगे ने और धर्म के आधार पर या लैंग्वेज के आधार पर अपने एडमिनिस्ट्रेशन एजुकेशन इंस्टीट्यूशन की कर सकते हैं, एस्टैबलिश कर सकते हैं। आर्टिकल 30 सबसैक्शन 1 की गल की गई है। ठीक है जी, नैक्सट आओ क्वेश्चन नंबर 20 की गल करिए। इफ द चाइल्ड राइट 16 एज अ 61, अगर कोई बच्चा 16 ਨੂੰ 61 काट लिखता भी है एंड गैट कन्फ्यूज अबाउट द B और D, भी B बोले या D बोले या B लिखा कि D लिखा, इस च कन्फ्यूज है, तो साडे वास्ते बच्चा कादा इंपेयरमेंट होएगा। तो ध्यान रखियो ये पिछले क्वेश्चन पेपर के विच भी आया हुआ है। तो कह सकते हैं कि ये असीं पहला भी गल करके आए सी, ये बच्चे की एक लर्निंग डिसेबिलिटी की गल करूगा। ये ध्यान रखियो कादी गल करूगा, लर्निंग डिसेबिलिटी की गल करूगा, यानी कि डिस्ग्राफिया की गल करूगा। ऑप्शन नंबर साडे वास्ते जिहड़ी बनूगी और एक तरह की साडे वास्ते B ऑप्शन बनेगी, लर्निंग डिसेबिलिटी की गल करता है। ठीक है जी, ये ध्यान रखना लर्निंग डिसेबिलिटी ना विजुअल इंपेयरमेंट है या मेंटल इंपेयरमेंट है या मेंटल रिटार्डेशन है, ऐसा कुछ नहीं है। जो बच्चा 16 और 16 काट लिखता है वो साडे वास्ते डिस्ग्राफिया की प्रॉब्लम है, यानी कि लर्निंग डिसेबिलिटी की प्रॉब्लम है साडे वास्ते। तो इस क्वेश्चन को लैके जिहड़ा आंसर बनेगा वह B ऑप्शन बनेगी, लर्निंग इंपेयरमेंट या लर्निंग डिसेबिलिटी भी कह सकते हैं। ठीक है, क्वेश्चन नंबर 21 देखो। क्वेश्चन 21 में देखो की कहता है, एज अ टीचर विच टेक्निक यू फॉलो टू मोटिवेट स्टूडेंट। ऐसी कई टेक्निक है जो टीचर फॉलो करूँगा
ਬੱਚੇ ਨੂੰ ਮੋਟੀਵੇਟ ਕਰਨ ਦੇ ਵਿੱਚ ਆਪਣੀ ਕਲਾਸ ਦੇ ਵਿੱਚ। ਤਾਂ ਫਸਟ ਆਪਸ਼ਨ ਕਹਿੰਦੀ ਕਿ ਇਹਦੇ ਵਿੱਚ ਬਾਈ ਯੂਜ਼ਿੰਗ ਇੰਡਕਸ਼ਨ ਮਤਲਬ ਹੁੰਦਾ ਇਹਦੇ ਵਿੱਚ ਕਿ ਟੀਚਰ ਇੱਥੇ ਆਪਣਾ ਖੁਦ ਦਾ ਖੁਦ ਇੱਕ ਪ੍ਰਸਤਾਵ ਰੱਖੂਗਾ। ਇਹ ਯੂਜ਼ ਆਫ ਬਲੈਕ ਬੋਰਡ, ਇਹ ਵੀ ਸਹੀ ਹੈ, ਬਲੈਕ ਬੋਰਡ ਵੀ ਯੂਜ਼ ਕਰ ਸਕਦਾ ਹੈ, ਜਾਂ ਬਾਈ ਇਲਾਸਟ੍ਰੇਸ਼ਨ ਕੋਈ ਨਾ ਕੋਈ ਉਦਾਹਰਨਾਂ ਦਊਗਾ, ਐਗਜ਼ਾਮਪਲ ਦਊਗਾ, ਜਾਂ ਬੱਚੇ ਦੀ ਪਾਰਟਿਸਿਪੇਸ਼ਨ ਨੂੰ ਕੀ ਰੱਖੂਗਾ, ਐਕਟਿਵ ਰੱਖੂਗਾ। ਤਾਂ ਆਪਸ਼ਨ ਸਾਰੀ ਸਹੀ ਨੇ। ਤਾਂ ਆਪਸ਼ਨਾਂ ਦੇ ਅਕੋਰਡਿੰਗ ਅਸੀਂ ਇੱਕ ਆਨਸਰ ਦੇਖ ਸਕਦੇ ਹਾਂ ਜੋ ਡੀ ਦਿੱਤਾ ਹੋਇਆ ਆਲ ਆਫ ਥੀਸ। ਤਾਂ ਸਾਰੀ ਸਾਡੇ ਵਾਸਤੇ ਕੀ ਹੋਣਗੀਆਂ, ਸਹੀ ਹੋਣਗੀਆਂ। ਡੀ ਆਨਸਰ ਸਾਡੇ ਵਾਸਤੇ ਇਹਦੇ ਵਿੱਚ ਕੀ ਹੈ, ਕਰੈਕਟ ਹੈ, ਆਲ ਆਫ ਥੀਸ। ਨੈਕਸਟ ਆਓ ਕੁਐਸਚਨ ਨੰਬਰ 22 ਦੀ ਗੱਲ ਕਰੀਏ। ਵਿਚ ਫੈਕਟਰਸ ਰਿਲੇਟਡ ਟੂ ਦ ਲਰਨਰ, ਕਿਹੜਾ ਐਸਾ ਫੈਕਟਰ ਹੈ ਜੋ ਲਰਨਰ ਨਾਲ ਰਿਲੇਟ ਕਰਦਾ ਹੈ, ਜੋ ਬੱਚੇ ਦੀ ਲਰਨਿੰਗ ਨੂੰ ਇਫੈਕਟ ਕਰ ਸਕਦਾ ਹੈ। ਇਫੈਕਟ ਦੀ ਗੱਲ ਕੀਤੀ ਗਈ ਹੈ। ਤਾਂ ਫਸਟ ਆਪਸ਼ਨ ਕਹਿੰਦਾ ਕੀ ਹੈ, ਫਿਜ਼ੀਕਲ ਐਂਡ ਮੈਂਟਲ ਹੈਲਥ ਆਫ ਦੀ ਲਰਨਰ, ਜੋ ਸਹੀ ਹੈ, ਠੀਕ ਹੈ। ਲੈਵਲ ਆਫ ਐਸਪੀਰੇਸ਼ਨ ਐਂਡ ਅਚੀਵਮੈਂਟ ਮੋਟੀਵੇਸ਼ਨ, ਉਹ ਵੀ ਸਹੀ ਹੈ। ਰੀਡਨੈਸ ਐਂਡ ਵਿਲ ਪਾਵਰ, ਉਹ ਵੀ ਸਹੀ ਹੈ। ਤਾਂ ਤਿੰਨੋਂ ਚੀਜ਼ਾਂ ਸਹੀ ਨੇ। ਇਹਦੇ ਵਿੱਚ ਇੱਕੋ ਹੀ ਆਨਸਰ ਮੈਂ ਕਨਕਲੂਡ ਕਰੂੰਗਾ, ਦੈਟਸ ਕੋਲ ਆ ਡੀ ਆਨਸਰ, ਕਿਉਂਕਿ ਇੱਥੇ ਬੱਚੇ ਦੀ ਲਰਨਿੰਗ ਦੀ ਇਫੈਕਟੇਸ਼ਨ ਦੀ ਗੱਲ ਕੀਤੀ ਗਈ ਹੈ, ਇਫੈਕਟਿਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਫੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪ੍ਰਭਾਵ ਕਰਨ ਦੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਤਿੰਨੋਂ ਹੀ ਸਹੀ ਨੇ ਸਾਡੇ ਵਾਸਤੇ। ਤਾਂ ਆਨਸਰ ਜਿਹੜਾ ਬਣੇਗਾ ਸਾਡੇ ਵਾਸਤੇ ਉਹ ਆਲ ਆਫ ਥੀਸ ਬਣੇਗਾ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 23 ਦੀ ਗੱਲ ਕਰੀਏ। 23 ਕੀ ਕਹਿੰਦਾ ਹੈ, ਕੋਗਨੀਟਿਵ ਡਿਵੈਲਪਮੈਂਟ। ਤਾਂ ਇੱਥੇ ਨਾਮ ਤੋਂ ਪਤਾ ਲੱਗ ਗਿਆ ਕੋਗਨੀਟਿਵ ਡਿਵੈਲਪਮੈਂਟ ਦਾ ਮਤਲਬ ਕੀ ਹੋਊਗਾ। ਤਾਂ ਇਹਨੇ ਗੱਲ ਕੀਤੀ ਹੋਊਗੀ ਕੋਗਨੀਟਿਵ ਡਿਵੈਲਪਮੈਂਟ ਦੀ, ਜਾਂ ਤਾਂ ਮੈਂਟਲ ਪਰਪਸ ਤੋਂ ਗੱਲ ਕੀਤੀ ਹੋਊਗੀ, ਜਾਂ ਬੱਚੇ ਦੀ ਇੰਟੈਲੀਜੈਂਸ ਨੂੰ ਲੈ ਕੇ ਗੱਲ ਕੀਤੀ ਹੋਊ, ਕਿਉਂਕਿ ਕੋਗਨੀਟਿਵ ਡਿਵੈਲਪਮੈਂਟ ਸਿਰਫ ਇਹਨਾਂ ਦੋ ਚੀਜ਼ਾਂ ਦੀ ਹੀ ਗੱਲ ਕਰਦਾ ਹੈ, ਜਾਂ ਤਾਂ ਤੁਹਾਡੇ ਆਪਣੇ ਮੈਂਟਲ ਡਿਵੈਲਪਮੈਂਟ ਦੀ ਗੱਲ ਕਰੂਗਾ, ਜਾਂ ਇੰਟੈਲੀਜੈਂਸ ਦੀ ਗੱਲ ਕਰੂਗਾ। ਤਾਂ ਆਪਸ਼ਨਾਂ ਦੇ ਅਕੋਰਡਿੰਗ ਫਿਲਹਾਲ ਦੇਖ ਸਕਦੇ ਹੋ ਡਿਵੈਲਪਮੈਂਟ ਆਫ ਇੰਟੈਲੀਜੈਂਸ ਇਹ ਆਪਸ਼ਨ 'ਚ ਦਿੱਤਾ ਹੋਇਆ ਹੈ। ਤਾਂ ਸਾਡੇ ਵਾਸਤੇ ਇਹ ਆਪਸ਼ਨ ਹੀ ਸਾਡੇ ਵਾਸਤੇ ਕੀ ਹੋ ਜੂਗੀ, ਰਾਈਟ ਹੋ ਜੂਗੀ। ਬਾਕੀ ਚੀਜ਼ਾਂ ਡਿਵੈਲਪਮੈਂਟ ਆਫ ਦੀ ਚਾਈਲਡ, ਫਿਜ਼ੀਕਲ ਸਕਿੱਲਸ ਜਾਂ ਇੰਡੀਵਿਜੂਅਲ ਵਾਲੀ ਪੁਆਇੰਟ, ਇਹ ਸਾਡੇ ਵਾਸਤੇ ਗਲਤ ਨੇ। ਤਾਂ ਇਹ ਆਪਸ਼ਨ ਸਾਡੇ ਵਾਸਤੇ ਰਾਈਟ ਹੈ ਕੁਐਸਚਨ ਨੰਬਰ 23 ਦਾ, ਠੀਕ ਹੈ ਜੀ। ਨੈਕਸਟ ਆ ਕੁਐਸਚਨ ਨੰਬਰ 24 ਦੀ ਗੱਲ ਕਰੀਏ। 24 ਵਿੱਚ ਕਹਿੰਦਾ ਕੀ ਹੈ, ਕ੍ਰੀਏਟਿਵ ਰਾਈਟਿੰਗ। ਤਾਂ ਇੱਕ ਕ੍ਰੀਏਟਿਵ ਸਟੂਡੈਂਟਸ ਦੀ ਗੱਲ ਕੀਤੀ ਗਈ ਹੈ। ਤਾਂ ਕ੍ਰੀਏਟਿਵ ਰਾਈਟਿੰਗ ਸ਼ੁੱਡ ਬੀ ਐਨ ਐਕਟੀਵਿਟੀ ਪਲਾਨਡ ਫॉर, ਇਹ ਜਿਹੜੀ ਐਕਟੀਵਿਟੀ ਹੈ ਕਾਹਦੇ ਵਾਸਤੇ ਪਲਾਨ ਕੀਤੀ ਜਾ ਸਕਦੀ ਹੈ, ਓਨਲੀ ਦੋਜ਼ ਚਿਲਡਰਨ ਰੀਡਿੰਗ ਔਰ ਦ ਗ੍ਰੇਡ ਲੈਵਲ ਹੋ ਸਕਦਾ, ਇਹ ਵੀ ਸਹੀ ਹੈ ਇੱਕ ਤਰ੍ਹਾਂ ਦਾ। ਓਨਲੀ ਦੋ ਸਟੂਡੈਂਟ ਸਪੈਲ ਐਂਡ ਰਾਈਟ ਕੋਹੈਸਿਵ ਸੈਂਟੈਂਸ, ਜਿਹੜੇ ਜੋੜ ਕੇ ਵਾਕ ਬਣਾਉਂਦੇ ਨੇ ਉਹਨਾਂ ਵਾਸਤੇ ਵੀ ਸਹੀ ਹੈ, ਰਾਈਟ ਹੈ। ਤਾਂ ਸੀ ਪੁਆਇੰਟ ਸਾਡੇ ਵਾਸਤੇ ਕਹਿੰਦਾ ਕਿ ਓਨਲੀ ਦੋਜ਼ ਚਿਲਡਰਨ ਹੂ ਵਾਂਟ ਟੂ ਰਾਈਟ ਫॉर ਅ ਨਿਊਜ਼ਪੇਪਰ, ਕ੍ਰੀਏਟਿਵ ਰਾਈਟਿੰਗ ਦੀ ਗੱਲ ਕੀਤੀ ਗਈ ਹੈ। ਤੇ ਧਿਆਨ ਰੱਖਿਓ ਇਹਦੇ ਵਾਸਤੇ ਆਹ ਤਾਂ ਚੀਜ਼ ਹੋਣੀ ਜ਼ਰੂਰੀ ਹੈ, ਤਾਂ ਹੀ ਬੱਚਾ ਆਪਣੀ ਰਾਈਟਿੰਗ ਨੂੰ ਅੱਛਾ ਬਣਾ ਸਕਦਾ ਹੈ, ਮੋਰ ਕ੍ਰੀਏਟਿਵ ਬਣਾ ਸਕਦਾ ਹੈ। ਤਾਂ ਸੀ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਹੈ। ਫਿਲਹਾਲ ਅਗਲੇ ਪੇਜ ਤੇ ਜਾ ਕੇ ਦੇਖ ਲੈਣਾ ਜਿਹੜਾ ਚੌਥਾ ਪੁਆਇੰਟ ਬਣਦਾ ਕੀ ਹੈ। ਇਹਦੇ ਵਿੱਚ ਲਿਖਿਆ ਹੋਇਆ 올 ਚਿਲਡਰਨ ਦਾ ਮਤਲਬ ਕੀ ਹੈ, ਇਹਦੇ 'ਚ ਗੱਲ ਕਰਨੀ ਸੀ ਫਿਲਹਾਲ ਕਿ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਸਾਰੇ ਹੀ ਸਹੀ ਨੇ, ਸਾਰੇ ਬੱਚੇ ਵਾਸਤੇ ਕੀ ਹੋਣੀ ਚਾਹੀਦੀ ਹੈ, ਸਹੀ ਹੋਣੀ ਜ਼ਰੂਰੀ ਹੈ। ਤਾਂ ਇਹਦੇ ਵਾਸਤੇ ਜਿਹੜੇ ਆਪਸ਼ਨ ਬਣੇਗੀ ਉਹ ਡੀ ਬਣੇਗੀ, ਠੀਕ ਹੈ ਜੀ। ਇਹ ਧਿਆਨ ਰੱਖਣਾ ਜ਼ਰੂਰੀ ਨਹੀਂ ਹੈਗਾ ਕਿ ਅਲੱਗ-ਅਲੱਗ ਬੱਚਿਆਂ ਵਾਸਤੇ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 25 ਦੀ ਗੱਲ ਕਰੀਏ। 25 ਵਿੱਚ ਕਹਿੰਦਾ ਕੀ ਹੈ, ਵਿਚ ਆਫ ਦੀ ਫੋਲੋਇੰਗ ਆਰ ਦ ਐਕਸਟਰਨਲ ਫੈਕਟਰ, ਐਸਾ ਕਿਹੜੀ ਚੀਜ਼ ਹੈ ਜੋ ਐਕਸਟਰਨਲ ਫੈਕਟਰਸ ਦੀ ਗੱਲ ਕਰਦਾ ਹੈ, ਇਫੈਕਟਿੰਗ ਦ ਇੰਟਰਸਟ ਆਫ ਦੀ ਸਟੂਡੈਂਟ ਇਨ ਦ ਕਲਾਸਰੂਮ, ਜੋ ਬੱਚੇ ਦੇ ਇੰਟਰਸਟ ਨੂੰ ਸਕੂਲ ਕਲਾਸਰੂਮ ਦੇ ਵਿੱਚ ਇਫੈਕਟ ਕਰਦੀ ਹੈ। ਐਕਸਟਰਨਲ ਫੈਕਟਰ ਹੁਣ ਆਪਸ਼ਨ ਫਿਲਹਾਲ ਪੜ੍ਹ ਲੈਨੇ ਆ। ਆਪਸ਼ਨ ਕਹਿੰਦਾ ਇਮੋਸ਼ਨ ਐਂਡ ਸੈਂਟੀਮੈਂਟਸ, ਬੀ ਆਪਸ਼ਨ ਕਹਿੰਦਾ ਕਿ ਕਲਚਰ ਐਂਡ ਟ੍ਰੇਨਿੰਗ, ਸੀ ਆਪਸ਼ਨ ਕਹਿੰਦਾ ਕਿ ਸਾਡੇ ਵਿਚਕਾਰ ਐਟੀਟਿਊਡ ਆਫ ਦੀ ਸਟੂਡੈਂਟ, ਜਾਂ ਡੀ ਆਪਸ਼ਨ ਸਾਡੇ ਵਾਸਤੇ ਕਹਿੰਦਾ ਕਿ ਗੋਲ ਐਂਡ ਮੋਟਿਵ। ਅਗਰ ਫਿਲਹਾਲ ਕੁਐਸਚਨ ਪੜ੍ਹੀਏ ਤਾਂ ਇਹਦੇ ਵਿੱਚ ਗੱਲ ਕੀਤੀ ਕਿ ਐਕਸਟਰਨਲ ਫੈਕਟਰਸ ਦੀ, ਤਾਂ ਜਿਹੜਾ ਇਮੋਸ਼ਨ ਐਂਡ ਸੈਂਟੀਮੈਂਟਸ ਹੈ ਇਹ ਸਾਡੇ ਵਾਸਤੇ ਇੰਟਰਨਲ ਫੈਕਟਰ ਹੈ, ਇਹ ਵੀ ਧਿਆਨ ਰੱਖਿਓ, ਠੀਕ ਹੈ। ਐਟੀਟਿਊਡ ਐਂਡ ਸਟੂਡੈਂਟਸ ਇਹ ਵੀ ਸਾਡੇ ਵਾਸਤੇ ਇੰਟਰਨਲ ਫੈਕਟਰ ਹੈ। ਗੋਲ ਐਂਡ ਮੋਟਿਵ ਇਹ ਵੀ ਸਾਡੇ ਵਾਸਤੇ ਇੰਟਰਨਲ ਫੈਕਟਰ ਹੈ, ਧਿਆਨ ਰੱਖਿਓ ਇਹ ਚੀਜ਼ਾਂ ਦਾ। ਇੱਕੋ ਹੀ ਆਪਸ਼ਨ ਜੋ ਐਕਸਟਰਨਲ ਫੈਕਟਰਸ ਦੀ ਗੱਲ ਕਰੂਗਾ ਦੈਟਸ ਕੋਲ ਆ ਕਲਚਰ ਐਂਡ ਟ੍ਰੇਨਿੰਗ, ਬੱਚੇ ਦੇ ਸੱਭਿਆਚਾਰ ਔਰ ਉਹਦੇ ਸਿਖਲਾਈ ਦੀ ਗੱਲ ਕੀਤੀ ਗਈ ਹੈ ਆਪਸ਼ਨ ਨੰਬਰ ਬੀ ਨੂੰ ਲੈ ਕੇ, ਕੁਐਸਚਨ ਨੰਬਰ 25 ਨੂੰ ਲੈ ਕੇ। ਧਿਆਨ ਰੱਖਣਾ ਕਲਚਰ ਐਂਡ ਟ੍ਰੇਨਿੰਗ ਦੀ ਗੱਲ ਕੀਤੀ ਗਈ ਹੈ ਇਸ ਚੀਜ਼ ਨੂੰ ਲੈ ਕੇ। ਨੈਕਸਟ ਆਓ ਕੁਐਸਚਨ ਨੰਬਰ 26 ਦੀ ਗੱਲ ਕਰੀਏ। ਐਨ ਇੰਟੈਲੀਜੈਂਟ ਸਟੂਡੈਂਟ ਨੋਟ ਡੂਇੰਗ ਵੈਲ ਇਨ ਸਟੱਡੀਜ਼, ਇੱਕ ਇੰਟੈਲੀਜੈਂਟ ਬੱਚਾ ਹੈ ਜੋ ਸਟੱਡੀ ਦੇ ਵਿੱਚ ਕੁਝ ਵੀ ਅੱਛਾ ਨਹੀਂ ਕਰ ਰਿਹਾ। ਵਟ ਇਜ਼ ਦ ਬੈਸਟ ਕੋਰਸ ਆਫ ਦੀ ਐਕਸ਼ਨ ਫॉर ਅ ਟੀਚਰ, ਟੀਚਰ ਨੂੰ ਉਹਦੇ ਵਾਸਤੇ ਕੀ ਕਰਨਾ ਪਏਗਾ। ਓਬਵੀਅਸ ਹੈ
चैक करो की रीजन ने बच्चा उस चीज़ ਨੂੰ क्यों नहीं अचीव कर रहा। ठीक है, तो फर्स्ट पॉइंट कहता कि वेट फॉर अ परफॉर्म्स बेटर, जो गलत है। बी ऑप्शन कहता कि फाइंड आउट द रीजन, कारण ਲੱਭੋ क्यों नहीं बच्चा चंगे तरीके ਨਾਲ ਕਰਦਾ ਪਿਆ, तो जो राइट बनूगा। गिव दैम अ ग्रेस मार्क्स, जो गलत है। आस्क द पेरेंट्स, ये भी गलत है। तो टीचर के रोल की गल की गई है, तो ऑप्शन नंबर जी साडी बनेगी वो बी ऑप्शन बनेगी क्वेश्चन नंबर 26 ਨੂੰ ਲੈ ਕੇ ध्यान रखना जी। ठीक है बेटे, नैक्सट आओ क्वेश्चन नंबर 27 कहता की है द टर्म आइडेंटिकल एलीमेंट्स इज क्लोजली एसोसीएट विद। आइडेंटिकल एलीमेंट जो भी इस चीज़ की गल की जाती है तो एक बंदे का नाम याद रखना पैंदा या याद आ जाता है। उन्होंने नाम सी साडे वास्ते ईएल थोंड्राइट, उन्होंने नाम साडे वास्ते की सी ईएल थोंड्राइट, तो उन्होंने गल की जाती है। ठीक है, इस चीज़ को लेके तो तुहानूं ये भी पता होगा आइडेंटिकल एलीमेंट्स जिहड़ा हैगा क्लोजली किहदे नाल मिलदा जुलदा है। तुहानूं नाम तो पता लग गया ईएल थोंड्राइट की रचना की गई है, तो ईएल थोंड्राइट ने किस चीज़ की गल की सी, इन्होंने गल की सी ट्रांसफर ऑफ लर्निंग की गल की सी। तो आइडेंटिकल एलीमेंट इको ही वर्ड नाल मिलता जुलता पॉइंट है, दैट्स कॉल्ड अ सीखण दा तबादला या ट्रांसफर, यानी कि सी पॉइंट साडे पास इहदे च की आ जाऊगा राइट आऊगा। ईएल थोंड्राइट की रचना सी आइडेंटिकल एलीमेंट्स, जो ट्रांसफर लर्निंग की गल इन्होंने की सी। ठीक है जी, क्वेश्चन नंबर 28 बहुत इंपोर्टेंट क्वेश्चन है। हु वाज अ पॉइनर, फादर की गल की गई है, जनक की गल की गई है, ओडी आगू की गल की गई है। ऑफ क्लासिकल कंडीशनिंग कौन सीगे, नाम तो पता ही है पेवलोव है। ठीक है, लेकिन बात अगर देखते नोट्स और चेक करिए अपने नोट्स के विच तो कई जगह तो वॉटसन का नाम भी आता है। ठीक है, यह बाद च रिवाइज की गई सी, थोड़ी बहुत चेंजिस की सी, उत्थे तुहानूं वॉटसन का नाम दिखाई देगा, लेकिन पॉइनर की गल की है। ठीक है, तो पॉइनर के नाम तो असी गल करिए तो पेवलोव का नाम सब तो पहला रखा जाऊगा, वॉटसन का नाम उदों आऊगा जो चेंजिस हुई सी। तो ध्यान रखियो चेंजिस के दौरान वॉटसन का नाम है, अदरवाइज साडे वास्ते किहदा नाम रखा जाऊगा, पेवलोव का नाम रखा जाऊगा। क्वेश्चन नंबर 29, इट इज सेड दैट द टीचर शुड बी रिसोर्सफुल। एक किने कहा सी, ये कहना सही है फिलहाल कि टीचर रिसोर्सफुल होना जरूरी है। ਇਹਦਾ मतलब की है, ਇਹਦਾ मतलब की है, इट मीन्स दैट ही शुड हैव इनफ मनी ना, मनी के नाम ही मैं चुप कर जाऊंगा, ये ऑप्शन मैं करूंगा रिजेक्ट। ठीक है, बी पॉइंट कहता कि ये ही शुड हैव अ कॉन्ट्रैक्ट विद हायर अथॉरिटी, नो इत्थे भी गल खत्म हो जाऊगी, हायर अथॉरिटी की कोई गल नहीं की गई, रिसोर्सफुल की गल की गई है। आगे पढ़ते हैं फिलहाल सी ऑप्शन, ही शुड हैव एडिक्वेट नॉलेज, हाँ ये हो सकता है, सो दैट मे बी एबल टू सॉल्व द प्रॉब्लम ऑफ द स्टूडेंट, उन तक फिलहाल मैं टिक मार्क करूंगा। डी पॉइंट कहता की है ही शुड हैव अ गुड रेपुटेशन, जो गलत है, गुड रेपुटेशन की कोई गल नहीं की गई इस चीज़ को लैके, तो साढ़े वास्ते जो आंसर बनूगा वो सी ऑप्शन बनूगी, जिमें कि टीचर का नॉलेज होनी जरूरी है ताकि बच्चे की प्रॉब्लम की किया जाए, सॉल्व किया जा सकता हो। ठीक है जी, नैक्सट आओ क्वेश्चन नंबर 30 की गल करिए, विच ऑफ द फॉलोइंग मोटिव आर कंसीडर द प्राइमरी मोटिव। तो सबनों पता है प्राइमरी मोटिव नालों मैस्लो हायरार्की थ्योरी तुहानूं शायद याद होएगी, तो ऑप्शन आप पढ़ लेने, साइकोलॉजिकल मोटिव्स या सोशियोलॉजिकल मोटिव्स या सोशल मोटिव या साडे वास्ते एजुकेशनल मोटिव्स, सारी चीज़ां परे ने, एको ही मोटिव साडे सामने रखा जाता है, जो एक तरह कह सकते हैं शारीरिक तौर पर मोटिव सब तो पहला होना जरूरी है। मेनली एग्जाम्पल कह देना, ये भी साडा अपना फूड आ जाता है, ठीक है, या शैल्टर आ जाता है, ठीक है, रहन बसेरा जिन्हों असीं बोलते हैं शैल्टर आ जाते हैं, या फिर असीं कह सकते क्लोथ आ जाता है, कपड़ा, रोटी कपड़ा और मकान इत्थों याद हो सकता है। तो ये ऑप्शन साडे वास्ते की बन जूगी, ये राइट बन जूगी क्वेश्चन नंबर 30 ਨੂੰ लैके। शारीरिक अवस्थावां या मनोरथ साडे वास्ते सब तो पहला रखा जाऊगा और साडे वास्ते प्राइमरी मोटिव है। ये सीगा तुहाडे सामने 2011 का प्रीवियस पेपर, जिसकी आप 30 क्वेश्चन CDP ने पार्ट की गल की है। अगर किसी बच्चे का कोई डाउट है वह अपना डाउट कमेंट बॉक्स के लिख सकता है, या आंसर बच्चे को ठीक नहीं लग रहा वह भी दस सकते हैं। ठीक है जी, आह दसिया गया तो अपनी वीडियोस दिखाई जाते हैं प्रीवियस पेपर की, और सारी ताही दिखाई जाती ताकि अपने डाउट्स की किए जाए, क्लीयर किए जाए। थैंक यू सो मच।